ਸਤਨਾਮ ਵਾਹਿਗੁਰੂ ਸਾਹਿਬ ਜੀ। ਹਰਿ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ। ਹਰ ਨਾਮ ਦੇਵੋ ਆਧਾਰੇ, ਤੂੰ मेरो प्यारो ता कैसी भूखा। तू मन वसिया लगहे ना दुखा। जे भुली जे चुकी साईं, पीत हिंदी काढ़िया। जिना ने हो दुजाने लगा, चूर मर हो से वांडिया। हौ न छोड़ो कंत पासरा, सदा रंगीला लाल प्यारा। एहो महिंजा आसरा, विण तुद होर जे मंगना। सिर दुखा कै दुख, देह नाम संतोखिया। उतरे मन की भुख, बेसुमार अथाह। अगनत अतुलै जो बुलावो, त्यो नानक दास बोले। सतनाम वाहिगुरु साहिब जी। कबीर सात समुंद है मस करो, कलम करो बनराय। बसुदा कागद जो करो, हर जस लिखन न जाए। कबीर जात जुलाहा क्या करे, हृदय बसे गोपाल। कबीर रमैया कंठ मिल, चूकहे सर्ब जंजाल। कबीर ऐसा को नहीं, मंदिर दे जराय। पांचों लड़के मार के, रह राम ल्यो लाए। कबीर ऐसा को नहीं, एह तन देवै फूक। अंधा लोग न जानई, रह्यो कबीरा कूक। अंधा लोग न जानई, रह्यो कबीरा कूक। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज, पतित पावन भगत वशल, कृपा निध, दया निध, गुण निध, करुणा निध सतगुरु श्री गुरु ग्रंथ साहिब जी दीन दयाल पातशाह, तिन्हां दी अपार मेहरामत है, दया बख्शिश है जो सतगुरु साहिब जी ने सानू सब नू अपनी मेहर भरी नज़र करके
ਬਖਸ਼ਿਸ਼ ਕਰਕੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਸਤ ਸੰਗਤ ਰੂਪ ਵਿੱਚ ਸਚਿਆਰ ਜੀਵਨ ਦੇ ਪਾਂਧੀ ਬਣਨ ਦਾ, ਸਤ ਚਿੱਤ ਸਰੂਪ ਦੇ ਨਾਲ ਅਭੇਦ ਹੋਣ ਦਾ, ਆਪਣੇ ਜੀਵਨ ਦੀ ਸਭ ਤੋਂ ਅਮੋਲਕ ਕਾਰ ਕਮਾਉਣ ਦਾ ਅਤੇ ਆਪਣੇ ਜੀਵਨ ਨੂੰ ਜਿਹੜਾ ਮਨੂਰ ਵਰਗਾ ਹੈ ਉਹਨੂੰ ਗੁਰੂ ਸ਼ਬਦ ਦੀ ਛੋਹ ਦੇ ਨਾਲ ਕੰਚਨ ਵਰਗਾ ਬਣਾਉਣ ਦਾ ਯਤਨ ਕਰ ਰਹੇ ਹੋ। ਬੜੇ ਸੁਭਾਗਸ਼ਾਲੀ ਹੋ ਜੀ। ਸਤਿਗੁਰੂ ਸਾਹਿਬ ਜੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਰੋਜ਼ਾਨਾ ਦੇ ਸਤਸੰਗੀ ਮਨੁੱਖ ਦਾ ਗੁਰੂਦੁਆਰ ਆਉਣ ਦਾ ਅਰਥ ਹੈ ਕਿ ਉਹਦੇ ਅੰਦਰ ਸਤਿਗੁਰੂ ਦੇ ਮਿਲਾਪ ਦੀ ਪਿਆਸ ਪੈਦਾ ਹੋਵੇ। ਉਹ ਸਤਿਗੁਰੂ ਉਸ ਸੱਚੇ ਦੇ, ਉਸ ਵੱਡੇ ਦੇ ਸਿਫਤ ਸਲਾਹ, ਉਹਦੇ ਬੇਅੰਤ ਗੁਣਾਂ ਨੂੰ ਸ਼ਰਵਣ ਕਰਕੇ ਫਿਰ ਉਹਦੇ ਨਾਲ ਮਿਲਾਪ ਦੀ ਸਿੱਖ ਪੈਦਾ ਕਰੇ। ਅਤੇ ਇਹਦੇ ਲਈ ਗੁਰੂ ਸ਼ਬਦ ਦਾ ਅਭਿਆਸ ਬੜਾ ਹੀ ਜ਼ਰੂਰੀ ਹੈ। ਗੁਰੂ ਸਾਹਿਬ ਜੀ ਕਹਿੰਦੇ ਸਤਿਗੁਰ ਦਾਤਾ ਮੇਲ ਮਿਲਾਵੋ। ਫਿਰ ਜਦੋਂ ਪਿਆਸ ਜਾਗਦੀ ਸਤਿਗੁਰੂ ਦੁਆਰਾ, ਸਤਿਗੁਰੂ ਦੇ ਸ਼ਬਦ ਨਾਲ ਮਨੁੱਖ ਆਪਣੀ ਪਿਆਸ ਨੂੰ ਚੇਰਾ ਕਰਦਾ ਅਤੇ ਫਿਰ ਸਤਿਗੁਰੂ ਦੇ ਨਾਲ ਮਿਲਾਪ ਦਾ ਢੰਗ ਕੀ ਹੈ ਕਿ ਜਿਵੇਂ ਜਿਵੇਂ ਗੁਣਾਂ ਦੀ ਸਾਂਝ ਵੱਧਦੀ ਜਾਂਦੀ ਹੈ, ਜਿਵੇਂ ਜਿਵੇਂ ਦੈਵੀ ਗੁਣਾਂ ਨੂੰ ਮਨੁੱਖ ਆਪਣੇ ਅੰਦਰ ਧਾਰਨ ਕਰਦਾ ਜਾਂਦਾ ਹੈ, ਪੂਰੀ ਤਰ੍ਹਾਂ ਸਵੱਛ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ, ਪਾਵਨ ਹੋ ਜਾਂਦਾ ਹੈ, ਫਿਰ ਉਸ ਪਾਵਨ ਦੇ ਵਿੱਚ ਮਿਲ ਜਾਂਦਾ ਅਤੇ ਉਹਦਾ ਜੀਵਨ ਅਕਾਲ ਪੁਰਖ ਜਿੰਨਾ ਹੀ ਵਿਸ਼ਾਲ, ਬੜੀ ਵੱਡੀ ਰਹਿਮਤ ਵਾਲਾ ਬਣ ਜਾਂਦਾ। ਸੋ ਆਪ ਜੀ ਬੜੇ ਸੁਭਾਗਸ਼ਾਲੀ ਹੋ, ਐਸਾ ਯਤਨ ਰੋਜ਼ਾਨਾ ਕਰਦੇ ਹੋ। ਸਤਿਗੁਰੂ ਕੀ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ, ਭਗਤ ਕਬੀਰ ਸਾਹਿਬ ਜੀ, ਤਿਨਾਂ ਦੀ ਰਸਨਾ ਤੋਂ ਚਾਰਨ ਸ਼ਲੋਕਾਂ ਦੀ ਲੜੀਵਾਰ ਵਿਆਖਿਆ ਸਰਵਣ ਕਰਕੇ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ ਜੀ। ਲੜੀਵਾਰ ਸ਼ਲੋਕਾਂ ਦੀ ਵਿਆਖਿਆ ਦੇ ਨਾਲ, ਕਥਾ ਦੇ ਨਾਲ ਵਿਚਾਰ ਰੂਪ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸਾਤ ਸਮੁੰਦਹਿ ਮਸ ਕਰੋ, ਕਲਮ ਕਰੋ ਬਨ ਰਾਏ। ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਸਾਨੂੰ ਪਿਛਲੇ ਸ਼ਲੋਕਾਂ ਦੇ ਵਿੱਚ ਬਖਸ਼ਿਸ਼ ਕੀਤੀ ਸੀ ਕਿ ਜਮ ਆਦਿਕ ਦੀ ਮਾਰ ਜਿਹੜੀ ਵਿਕਾਰ ਰੂਪ ਦੇ ਵਿੱਚ, ਮਾਨਸਿਕ ਭਟਕਣ ਦੇ ਰੂਪ ਵਿੱਚ ਅਤੇ ਮ੍ਰਿਤੂ ਦੇ ਕਸ਼ਟ ਰੂਪ ਵਿੱਚ ਜੀਵ ਦੇ ਸਿਰ ਉੱਪਰ ਪੈਂਦੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਅਸਹਿ ਸੀ, ਪਰ ਪੂਰਨ ਸਤਿਗੁਰੂ ਮਿਲ ਗਿਆ। ਉਹਦੇ ਲੜ ਨੂੰ ਪਕੜਨ ਦੇ ਨਾਲ ਭਾਵ ਕਿ ਉਹਦੇ ਦੁਆਰਾ ਸ਼ਬਦ ਦਾ ਜੋ ਉਪਦੇਸ਼ ਮਿਲਿਆ, ਉਹਦਾ ਅਭਿਆਸ ਕਰਨ ਦੇ ਨਾਲ ਆਪਣੇ ਹਿਰਦੇ ਘਰ ਦੀ ਵੀ ਸੰਭਾਲ ਕਰਨੀ ਆ ਗਈ ਅਤੇ ਆਪਣੇ ਸਰੀਰ ਤੋਂ ਦੇਹਾ ਅਤੀਤ ਜੀਵਨ ਜਿਉਣਾ ਵੀ ਆ ਗਿਆ ਅਤੇ ਕਰਮ ਦੀ ਵੀ ਦੀਰਘ ਸੋਝੀ ਆ ਗਈ, ਜਿਹਦੇ ਨਾਲ ਸ਼ਵੱਛ ਕਰਮ ਵੀ ਨਿਰਮਲ ਰਹੇ ਤਾਂ ਜੀਵਨ ਅਧਿਆਤਮਿਕ ਸਫਲਤਾ ਵੱਲ ਵੱਧ ਗਿਆ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ, ਕਬੀਰ ਬੈਦ ਕਹੈ, ਭਾਵ ਕਿ ਦੁਨੀਆ ਦੇ ਵਿੱਚ ਹਰ ਇੱਕ ਰਚਨਾ ਨਾਸ਼ਵਾਨ ਹੈ, ਪਰ ਕੋਈ ਮਨੁੱਖ ਅਗਰ ਆਪਣੇ ਥੋੜ੍ਹੇ ਯਤਨ ਕਰਕੇ ਉਹਨੂੰ ਕੁਝ ਸਮੇਂ ਦੀ ਸਹੂਲਤ ਜਾਂ ਉਹਦੀ ਮਿਆਦ ਵਧਾ ਦੇ ਤਾਂ ਯਕੀਨਨ ਰੱਖਣ ਯੋਗ ਹੈ ਕਿ ਆਖਰ ਨੂੰ ਵੀ ਇਹ ਰਚਨਾ ਬਿਨਸੇਗੀ ਹੀ। ਇਸੇ ਪ੍ਰਕਾਰ ਦੁਨੀਆਦਾਰੀ ਦੇ ਵਿੱਚ ਆਪਣਾ ਅਧਿਆਤਮਿਕ ਮਨੋਰਥ ਲੈ ਕੇ ਜ਼ਰੂਰ ਜਿਉਣਾ ਚਾਹੀਦਾ ਹੈ ਕਿ ਅਗਰ ਅਧਿਆਤਮਿਕ ਮਨੋਰਥ ਮਨੁੱਖ ਨਾ ਰੱਖੇ ਤਾਂ ਭਗਤ ਕਬੀਰ ਸਾਹਿਬ ਦੀ ਫਰਮਾਉਂਦੇ ਆ, ਜਿਵੇਂ ਨਦੀ ਨਾਵ ਦੇ ਵਿੱਚੋਂ ਮੁਸਾਫਰ ਉਤਰ ਜਾਂਦੇ ਨੇ, ਇਵੇਂ ਜੀਵਨ ਦੀ ਬੇੜੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗੀ ਅਤੇ ਫਿਰ ਜੀਵਨ ਦਾ ਕੋਈ ਜਦ ਵੱਡਾ ਮਨੋਰਥ ਨਾ ਕਮਾਇਆ ਗਿਆ ਤਾਂ ਫਿਰ ਮਨੁੱਖ ਆਪਣੇ ਜਨਮ ਦੇ ਕੁੱਲ ਅਵਸਰ ਦੇ ਦੁਰਲੱਭ ਅਵਸਰ ਦੇ ਉੱਪਰ ਝੂਰੇਗਾ, ਪਛਤਾਏਗਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਸਾਤ ਸਮੁੰਦਹਿ ਮਸ ਕਰੋ, ਕਲਮ ਕਰੋ ਬਨ ਰਾਏ। ਜਦ ਜਦ ਵੀ ਰੱਬੀ ਸਾਧਕਾਂ ਦੇ ਅੰਦਰ ਉਸ ਪਰਮੇਸ਼ਰ ਦੀ ਸਿਫਤ ਸਲਾਹ ਦਾ ਅਥਾਹ ਚਾਅ ਪੈਦਾ ਹੋਇਆ, ਜਦ ਕਰਤੇ ਨੂੰ ਸਲਾਹੁਣ ਦੀ ਉਹਨਾਂ ਦੇ ਅੰਦਰ ਬੜੀ ਪ੍ਰਬਲ ਲੋਚਾ ਪੈਦਾ ਹੋਈ, ਵੱਡੇ ਦੀਆਂ ਵਡਿਆਈਆਂ ਨੂੰ ਮਾਣ ਕੇ
ਉਸ ਨੂੰ ਬਿਆਨ ਕਰਨ ਦਾ ਜਦ ਹਿਰਦੇ ਅੰਦਰ ਖਿਆਲ ਉੱਠਿਆ ਤਾਂ ਦੁਨੀਆ ਦੇ ਹਰੇਕ ਰੱਬੀ ਸਾਧਕ ਨੇ ਜਿਸ ਜਿਸ ਰੂਪ ਦੇ ਵਿੱਚ ਜਿਸ ਜਿਸ ਢੰਗ ਕਰਕੇ ਉਸ ਪਰਮ ਅਕਾਲ ਪੁਰਖ ਦੀ ਸਤ ਹੋਂਦ ਨੂੰ ਮਹਿਸੂਸ ਕੀਤਾ, ਉਹਨੇ ਉਹਦੇ ਉਸੇ ਉਸੇ ਰੂਪ ਦੇ ਵਿੱਚ ਗੁਣ ਗਾਏ। ਤਾਂ ਇਸੇ ਪ੍ਰਕਾਰ ਪਰ ਆਦਿ ਕਾਲ ਤੋਂ ਮਨੁੱਖ ਅਕਾਲ ਪੁਰਖ ਦੀ ਕੀਰਤੀ ਦਾ, ਉਹਦੀ ਵਿਆਪਕਤਾ ਨੂੰ, ਉਹਦੇ ਗੁਣਾਂ ਨੂੰ, ਉਹਦੀ ਬਖਸ਼ਿਸ਼ਾਂ ਨੂੰ ਮਾਣ ਕਰਕੇ ਉਹਦਾ ਗੁਣ ਗਾਇਨ ਕਰ ਰਹੀ ਹੈ। ਪਰ ਤਦ ਵੀ ਬੜੇ ਥੱਕ ਗਏ ਹਨ ਜਿਨ੍ਹਾਂ ਨੇ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਦਾ ਪਾਰਾਵਾਰ ਪਾਉਣਾ ਚਾਹਿਆ, ਪਰ ਕਿਸੇ ਪਾਸ ਇੰਨੀ ਸਮਰੱਥਾ ਨਹੀਂ ਸੀ ਕਿ ਉਹ ਅਕਾਲ ਪੁਰਖ ਦੇ ਸਗਲ ਗੁਣਾਂ ਨੂੰ ਕੱਥ ਸਕਦਾ। ਇਸ ਕਰਕੇ ਅਸੀਂ ਅਕਾਲ ਪੁਰਖ ਦੇ ਲਈ ਇੱਕ ਵਿਸ਼ੇਸ਼ਣ ਵਰਤਦੇ ਹਾਂ, ਗੁਣ ਨਿਧ। ਹੁਣ ਉਹ ਗੁਣ ਨਿਧ ਕਿਵੇਂ, ਇਸ ਗੱਲ ਦਾ ਕਿਵੇਂ ਪਤਾ ਲੱਗੇ? ਹੁਣ ਉਦਾਹਰਨ ਦੇ ਤੌਰ 'ਤੇ ਦੁਨੀਆ ਦਾ ਕੋਈ ਮਨੁੱਖ ਹੈ, ਕੋਈ ਕਲਾਵਾਨ ਹੈ, ਉਹਦੇ ਕੋਲ ਕੋਈ ਕਲਾ ਹੈ, ਉਹ ਦੂਜੇ ਨੂੰ ਕਲਾ ਦੇਣੀ ਚਾਹੁੰਦਾ ਹੈ। ਕਲਾ ਦੇਣੀ ਸ਼ੁਰੂ ਕਰ ਦਿੱਤੀ ਹੈ, ਇੱਕ ਵਿਦਿਆਰਥੀ ਨੂੰ ਦੇ ਲਏਗਾ। ਜੇ ਸਾਰੀ ਜ਼ਿੰਦਗੀ ਉਸ ਕਲਾ ਨੂੰ ਵੰਡਣ 'ਤੇ ਹੀ ਸਮਰਪਿਤ ਕਰ ਦੇ ਤਾਂ ਹੋ ਸਕਦਾ ਹੈ ਕੋਈ 1 ਲੱਖ ਦੇ ਕਰੀਬ ਬੰਦੇ ਨੂੰ ਉਹ ਕਲਾ ਦੇ ਦੇ, ਪਰ ਆਖਰ ਜੀਵਨ ਵੀ ਸਿਮਟਣਾ ਹੈ, ਉਹਦੇ ਗੁਣ ਦੀ ਵੀ ਸਮਰੱਥਾ ਹੋਏਗੀ। ਗੁਣ ਦਾ ਵੀ ਕਿੰਨਾ ਕੁ ਵੱਡਾ ਮਹੱਤਵ ਹੁੰਦਾ, ਕਿਤੇ ਨਾ ਕਿਤੇ ਜਾ ਕੇ ਤਾਂ ਕੋਈ ਸੀਮਾ ਬਣਦੀ ਹੈ। ਤਾਂ ਇਸੇ ਪ੍ਰਕਾਰ ਅਗਰ ਉਹ ਯਤਨ ਵੀ ਕਰੇ ਤਾਂ ਵਧੀਕ 1 ਲੱਖ ਮਨੁੱਖ ਨੂੰ ਉਹ ਆਪਣੇ ਗੁਣ ਦੀ ਸਾਂਝ ਪਾ ਕੇ ਉਹਨਾਂ ਨੂੰ ਉਸ ਪੱਖ ਤੋਂ ਉਸ ਗੁਣ ਦੇ ਨਾਲ ਗੁਣਵਾਨ ਬਣਾ ਸਕਦਾ ਹੈ। ਪਰ ਆਖਰ ਮਨੁੱਖ ਦੇ ਅੰਦਰ ਵੀ ਗੁਣਾਂ ਦੇ ਗ੍ਰਹਿਣ ਕਰਨ ਦੀ ਸੀਮਾ ਹੁੰਦੀ ਹੈ। ਅਤੇ ਫਿਰ ਕੁਦਰਤੀ ਤੌਰ 'ਤੇ ਜਦੋਂ ਜੀਵ ਪੈਦਾ ਹੁੰਦੇ ਨੇ, ਥੋੜ੍ਹੇ ਸਮੇਂ ਬਾਅਦ ਉਹਨਾਂ ਦੇ ਅੰਦਰ ਕੁਦਰਤੀ ਇੱਕ ਪ੍ਰਤਿਭਾ ਉਗਮਣ ਲੱਗ ਪੈਂਦੀ ਹੈ, ਜਿਹਨੂੰ ਅਸੀਂ ਧਾਰਮਿਕ ਵਿਸ਼ਵਾਸ ਵਾਲੇ ਲੋਕ ਅਕਾਲ ਪੁਰਖ ਦੀ ਬਖਸ਼ਿਸ਼ ਕਹਿ ਕੇ ਚਿਤਾਰਦੇ ਹਾਂ ਜਾਂ ਯਾਦ ਕਰਦੇ ਹਾਂ। ਤਾਂ ਇਸੇ ਪ੍ਰਕਾਰ ਉਹਨੂੰ ਗੁਣ ਨਿਧ ਕਿਹਾ ਜਾਂਦਾ, ਭਾਵ ਕਿ ਕਿਸੇ ਕੋਲੋਂ ਸੁਹੱਪਣ ਦਾ, ਕਿਸੇ ਕੋਲੋਂ ਸੰਗੀਤ ਦਾ, ਕਿਸੇ ਕੋਲੋਂ ਰੌਸ਼ਨ ਬੁੱਧੀ ਦਾ, ਕਿਸੇ ਕੋਲੋਂ ਉਦਮ ਦਾ ਔਰ ਗੁਣ ਨਿਧ ਦਾ ਸਰੂਪ ਦੇਖੋ। ਇਕੱਲਾ ਮਨੁੱਖ ਤਾਂ ਕੀ, ਉਹਨੇ ਆਪਣੀ ਬਨਸਪਤੀ ਨੂੰ ਵੀ ਆਪਣੇ ਗੁਣਾਂ ਦੇ ਨਾਲ ਸ਼ਿੰਗਾਰਿਆ ਹੋਇਆ ਹੈ। ਮੋਰ ਦੀ ਸੁੰਦਰਤਾ ਮਨੁੱਖ ਦੀ ਸੁੰਦਰਤਾ ਨੂੰ ਫਿੱਕਿਆਂ ਪਾ ਦਿੰਦੀ ਹੈ। ਇਸੇ ਪ੍ਰਕਾਰ ਕੀੜੀ ਦਾ ਉਦਮ ਮਨੁੱਖ ਦੇ ਉਦਮ ਨੂੰ ਛੋਟਾ ਸਾਬਤ ਕਰ ਦਿੰਦਾ ਹੈ। ਇਸੇ ਪ੍ਰਕਾਰ ਦੁਨੀਆ ਦੇ ਜਿੰਨੇ ਜਾਨਵਰ ਨੇ ਕਿਸੇ ਨਾ ਕਿਸੇ ਗੁਣ ਕਰਕੇ ਮਨੁੱਖ ਨਾਲੋਂ ਅੱਗੇ ਨੇ। ਇਸ ਕਰਕੇ ਸਾਰੀ ਕਾਇਨਾਤ ਨੂੰ ਗੁਣਾਂ ਦੇ ਨਾਲ ਸ਼ਿੰਗਾਰਨ ਵਾਲਾ ਉਹ ਅਕਾਲ ਪੁਰਖ ਹੈ। ਤਾਂ ਗੁਰੂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਹੁਣ ਸਾਧਕ ਦੀ ਸਫਲਤਾ ਹੈ ਕਿ ਉਹਨੇ ਅਕਾਲ ਪੁਰਖ ਦੇ ਗੁਣ ਗਾਇਨ ਕਰਨੇ ਨੇ। ਉਹਨੇ ਬੜਾ ਧੀਰਜ ਉਹਦੀ ਮਹਿਸੂਸ ਨੂੰ ਕੀਤਾ। ਅਤੇ ਧਰਮ ਦੇ ਵਿਸ਼ੇ 'ਚ ਅਗਰ ਇਸ ਗੱਲ ਨੂੰ ਵਾਚਿਆ ਜਾਏ ਤਾਂ ਜਦੋਂ ਆਦਿ ਕਾਲ ਤੋਂ ਮਨੁੱਖ ਦੀ ਸ੍ਰਿਸ਼ਟੀ ਦਾ ਆਰੰਭ ਹੋਇਆ ਤਾਂ ਕੁਦਰਤੀ ਜਿਹੜਾ ਪਹਿਲਾ ਮਨੁੱਖ ਸੀ, ਉਹਨੇ ਆਪਣੇ ਆਲੇ ਦੁਆਲੇ ਵਰਤਣ ਵਾਲੀਆਂ ਪ੍ਰਕਿਰਤਕ ਸ਼ਕਤੀਆਂ ਜਿਹੜੀਆਂ ਸਨ, ਉਹਨਾਂ ਨੂੰ ਮਹਿਸੂਸ ਕਰਕੇ ਤੇ ਕਿਸੇ ਗੈਬੀ ਹਸਤੀ ਦਾ ਸੰਕਲਪ ਬਣਾਇਆ ਅਤੇ ਫਿਰ ਉਹਨੂੰ ਬੁੱਝਣਾ ਸ਼ੁਰੂ ਕਰ ਦਿੱਤਾ ਕਿ ਆਹ ਯਤਨ ਹੁੰਦਾ ਤਾਂ ਇਵੇਂ ਦੀ ਕਿਰਿਆ ਬ੍ਰਹਿਮੰਡ 'ਚ ਵਾਪਰਦੀ ਹੈ, ਇਵੇਂ ਹੁੰਦਾ ਹੈ। ਫਿਰ ਉਹ ਬੜਾ ਮਹਿਸੂਸ ਕਰਦਾ ਗਿਆ ਅਤੇ ਬੜੇ ਸਦੀਆਂ ਦੇ ਬਾਅਦ ਧਰਮ ਦਾ ਅਜੋਕਾ ਸਰੂਪ ਹੋਂਦ ਵਿੱਚ ਆਇਆ, ਜਿਹਦੇ ਵਿੱਚ ਫਿਰ ਉਹਨੂੰ ਕਿਹਾ ਗਿਆ ਕਿ ਅਕਾਲ ਮੂਰਤ, ਕਿ ਹਰ ਦੁਨੀਆ ਦੀ ਹਰੇਕ ਚੀਜ਼ ਆਕਾਰ ਤੋਂ ਜਾਣੀ ਜਾਂਦੀ ਹੈ, ਪਰ ਉਹ ਅਕਾਲ ਮੂਰਤ ਹੈ। ਦੁਨੀਆ ਦੀ ਹਰੇਕ ਚੀਜ਼ ਨੂੰ ਜਨਮ ਦੇਣ ਵਾਲਾ ਕੋਈ ਨਾ ਕੋਈ ਵਸੀਲਾ, ਢੰਗ, ਸਾਧਨ ਮੌਜੂਦ ਹੈ, ਪਰ ਉਹ ਸਹਿ ਭੰਗ ਹੈ, ਆਪਣੇ ਆਪ ਤੋਂ ਉਤਪਤ ਹੈ। ਇਸੇ ਪ੍ਰਕਾਰ ਦੁਨੀਆ ਦੀ ਹਰੇਕ ਸਾਗਰ ਦਾ ਵੀ ਕਿਤੇ ਨਾ ਕਿਤੇ ਜਾ ਕੇ ਅੰਤ ਹੋ ਸਕਦਾ ਹੈ, ਪਰ ਉਹਦੀ ਵਿਆਪਕਤਾ ਜਿੱਥੇ ਮਹਿਸੂਸ ਕਰੋ ਉੱਥੇ ਹੈ। ਉਹਦੀ ਵਿਆਪਕਤਾ ਕਿਵੇਂ? ਹੁਣ ਵਿਆਪਕਤਾ ਦਾ ਕੀ ਮਤਲਬ ਹੁੰਦਾ ਹੈ? ਵਿਆਪਕ ਦਾ ਮਤਲਬ ਹੁੰਦਾ ਹੈ ਕਿ ਜਿਵੇਂ ਅੱਜ ਦਾ ਸਮਾਂ ਟੈਕਨੋਲੋਜੀ ਦਾ ਹੈ, ਅਸੀਂ ਕਿਤੇ ਵੀ ਆਪਣਾ ਜਿਹੜਾ ਮੋਬਾਈਲ ਉਪਕਰਨ ਚਲਾਉਂਦੇ ਹਾਂ ਤਾਂ ਉਸ ਸਮੇਂ ਦੇ ਵਿੱਚ ਜਿਹੜਾ ਉੱਥੇ ਸੰਬੰਧਿਤ ਕੋਈ ਆਪਰੇਟਰ ਦਾ ਨੈਟਵਰਕ ਹੈ, ਉਹ ਸਾਡਾ ਮੋਬਾਈਲ ਪਕੜ ਲੈਂਦਾ। ਤਾਂ ਇਸੇ ਪ੍ਰਕਾਰ ਅਕਾਲ ਪੁਰਖ ਦਾ ਸਤ ਸਰੂਪ ਸਭ ਜਗ੍ਹਾ ਵਿਆਪਕ ਹੈ। ਜਦੋਂ ਜੀਵ ਉਹਦੀ ਯਾਦ, ਉਹਦੇ ਗੁਣ ਦਾ ਉਚਾਰਨ ਉਹਦੇ ਧਿਆਨੀ ਸੁਰਤ ਦੇ ਨਾਲ ਜੁੜਦਾ ਹੈ, ਉਹ ਬਖਸ਼ਿਸ਼ ਉਹਦੇ 'ਤੇ ਆਮੰਤਰਿਤ ਨਾਜ਼ਿਲ ਹੋਣਾ ਸ਼ੁਰੂ ਹੋ ਜਾਂਦੀ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਸ ਮਨੁੱਖ ਨੇ ਮਹਿਸੂਸ ਕੀਤਾ ਕਿ ਬੜੇ ਉਹਦੇ ਗੁਣ ਨੇ, ਕਿ ਜਦੋਂ ਫਿਰ ਉਹਨੇ ਦੇਖਿਆ ਕਿ ਇੱਕ ਬੀਜ ਜ਼ਮੀਨ ਦੇ ਵਿੱਚ ਡਿੱਗਿਆ, ਅੰਕੁਰਿਤ ਹੋਇਆ, ਉਹਦੇ 'ਤੇ ਫਲ ਲੱਗੇ, ਫਲਾਂ ਦੇ ਵਿੱਚ ਰਸ ਬਣਿਆ। ਫਿਰ ਉਹ ਜਾਣਦਾ ਗਿਆ ਕਿ ਉਹ ਵਿਆਪਕ ਹੈ, ਪਰ ਉਹਨੂੰ ਮੈਂ ਕਿਸੇ ਆਕਾਰ ਦੇ ਵਿੱਚ ਨਹੀਂ ਬਣ ਸਕਦਾ। ਫਿਰ ਪਹਿਲਾਂ ਮਨੁੱਖ ਨਾਮ ਘੜਦਾ ਗਿਆ, ਬੜੇ ਨਾਮ ਘੜੇ ਗਏ। ਬਾਅਦ 'ਚ ਇੱਕ ਉਹ ਵੀ ਪੱਧਰ ਆਇਆ ਜਦੋਂ ਉਸਨੇ ਕਿਹਾ ਕਿ ਨਹੀਂ, ਉਹ ਅਨਾਮ ਹੈ।
बड़े गुण कथे उहदे बड़े गुणां नूं लिपि अंकित कीता, पर क्या बेअंत है। बड़ियां सीमावां कल्पियां, पर क्या हर सीमा तो बाहर है। इसे प्रकार भगत कबीर साहब जी कहते जदों इस तरह अकाल पुरख के वसीही गुणां नूं अगम अगोचर स्वरूप नूं महसूस किया, फिर मनुख ने यतन भी किया। यह नहीं कि मनुख ने यतन नहीं किया, उन्हें अपनी कल्पना नूं बड़ा उचेरा लै गया तो अपनी कल्पना के उचेरेपण के नाल इत्थों तक महसूस किया कि वह पत्थरां दे विच भी कीटां नूं रिजक देण वाला है। असीं पढ़दे ना, सैल पत्थर मैं जंतु पाए तां कर रिजक आग्या कर धरिया। तो इसे प्रकार फिर उहदी होंद नूं महसूस किया कि आकाश दे विच भी उहदी होंद है, जिहदे करके ये जिहड़े तारे हन, जिहड़े ग्रह हन, सारियां ब्रह्मंड दा सारा नेम है एक हुक्म विच बज्जा चल रहा है। कुछ गुरबाणी विच एक वाक आउंदा, विण थम्मा गगन रहाया। थोड़ी छोटी जी मंजिल खड़ी करनी होवे ना मनुख ने, तो 4-5 उहदे पिलर दिंदा है, मजबूती रखदा है। तो फिर भी संभावना रहिंदी है कि कदे भूचाल आदਿਕ ਦਾ संकट आया तो गिर जाएगी, पर एडा वड्डा आकाश बिना थम्मा गगन तो रहाया है। फिर इस तरह जदों दीर्घ करके अकाल पुरख के गुणां नूं कथना शुरू किया तो आदि युग तो कहते रहे ब्रह्मा वर्गे ऋषि अवतार, जिन्हां ने सृष्टि की रचना का, जिन्हां नूं रचनाकार भी मन्निया जाता है। गुरमत उन्हां नूं परमेश्वर के अधीन मनदी है, अकाल पुरख दे। उन्हां ने भी इस सृष्टि का भ्रमण किया, पर आखिर नूं नेत नेत कह के बस हो गए। इसे प्रकार दुनिया के होर बड़े ऋषियां मुनियां आदिक ने, पैगंबरां ने यतन किया, पर सारियां दा यतन आखिर एक सीमा दे विच रहा। तो आखिर फिर भगत कबीर साहब जी उस सारे यतन नूं अपने सन्मुख रखते हैं कि मेरे तो पहलां किन्ने कथ गए ने। जदों तो सृष्टि का निर्माण होया है, जदों तो इस ब्रह्मंड का क्रियाशील नेम जिहड़ा चल रहा है अफुर तो सफुर रूप वाला, किन्ने कथ गए ने। पर हैरानगी की गल है, कोई भी उहदे कथन नूं अपनी कथनी दे विच पूरा नहीं समेट रहा। बड़े दीर्घ यतन कर रहे हैं और दिन रात खोज दे विच रहिंदे हन। इत्थों तक कि उहदी व्यापक होंद नूं मतलब बड़े बारीकी दे नाल तकदे ने, गाउंदे ने और गा गा के जिंदगी लंघा दित्ती है, पर फिर भी उहदा अंत नहीं पै रहा। तो फिर भगत कबीर साहब जी कहते हो सकता है वो एक जुबान दे नाल लगे हुए सन, तो फिर मैं अपना यतन वड्डा कर लवां। तो वड्डा यतन करने के लिए आखदे हैं सात समुंद है मस करो। फिर क्या कि सागर समुंदर बड़ियां वड्डियां वस्तां, बड़ियां वड्डियां छायां हन प्रकृति दे विच पैदा होईयां। कहंदे सात समुंदरां दी पानी नूं मस करो, भाव के स्याही बना लिया जावे। कलम करो बनराए, ते सारी जिहड़ी बनस्पति जिवें रुख आदिक ने होर सब कुछ इनू कलम के रूप में सिरज लिया जाए। तो कहते बसुदा कागद जाओ करो, तो सगली धरत जिथे जीव वास करते हैं। तो भगत कबीर साहब जी कहते सारी धरती नूं कागद बना लिया जाए, हर जस लिखण ना जाए, तां भी उस करते की सिफत सलाह नहीं लिखी जा सकती। आप जी आसा दी वार दी बाणी पढ़ते हो, कदे गौर दे नाल देखो, मतलब हरेक शब्द दे विच ना गुरु साहब जी ने पहला उस शब्द की दीर्घ विचार, उहदे सारे पक्षां नूं एक सुरता के सूत्र तो अकाल पुरख के ओंकारी नेम दे विच बन के ते उहदी व्याख्या पूरी की है। पर आखिर फिर सारा कुछ उन्होंने अर्पण कर दिता जाता। आसा दी वार का आरंभ ते उहदा समाप्त देखो। आखिर गुरु साहब आखदे हन वड्डे कीआं वड्याइयां किछ कहना कहण ना जाए, कि बड़ा कथया उन्होंने। तो गुरबाणी च वाक ने तू अकथ क्यों कथया जाए, तू अकथ है, परमेश्वर किसी प्रकार कथया नहीं जा सकता। तो भगत कबीर साहब जी कहते साधन वड्डे कर ले जाण, शायद उहदी सिफत सलाह का पारावार पाया जा सके। पर कहते भगत कबीर साहब जी कहते तां भी हर जस लिखन ना जाए, क्योंकि मैनू तो समुंदरां दी होंद 7 तक पता है, जां जिन्ने समुंदर ने उन्हां दा पता है, जां मैनू इस सृष्टि का पता है, होर किन्नियां सृष्टां ने इस ब्रह्मंड दे विच मैनू उहदा ज्ञान ही नहीं है। जिन्ना मैनू बोध हो रहा है उन्ना ही मैं अपना सकदा, उस तो वधीक तां नहीं कर सकदा। जिवें हुण मनुख असीं एक देश के विच ही अपना जीवन गुजारिया होवे, तो सानू दूजे देश के जीवन का थोड़ा पता हुंदा है कि उत्थों के लोगों का किहो जिहा जन जीवन है, जां उत्थे लोग किस ढंग दे नाल रहिंदे ने, उत्थों का वातावरण प्रभाव प्रकृतिक जिहड़ा माहौल है, जां उत्थे रुत्तां तित्तां दा सिलसिला किवें चलदा है, तो असीं नहीं जाण सकदे। इसे प्रकार भगत कबीर साहब जी कहते मेरे अनुभव दे विच तां इन्ना आया कि जिस धरती ते मैं रखदा जे सारी धरती नूं कागज बना लवां, पर कहते इस करके मैनूं ये भी ख्याल है कि इस तो परां होर किन्नियां धरत ने। गुरबाणी च वाक हुंदा ना धरती होर परै होर होर, कहते ये तां मैनूं पता कि जिहदे ते मैं रह रहा, होर किन्नियां धरतां ने। जिवें अज दे समय च साइंस अपना यतन कर रही है,
ਉਹ ਕਈ ਨਵੇਂ ਗ੍ਰਹਿਾਂ 'ਤੇ ਜੀਵਨ ਦੀ ਹੋਂਦ ਲੱਭ ਰਹੀ ਹੈ, ਉਹਦੇ ਯਤਨ ਕਰ ਰਹੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੇਰਾ ਤਾਂ ਇਹ ਅਨੁਭਵ ਹੈ, ਫਿਰ ਹੋਰ ਕਿੰਨੇ ਸਮੁੰਦਰ ਨੇ ਜਿਹੜੇ ਅਦ੍ਰਿਸ਼ ਰੂਪ ਦੇ ਵਿੱਚ ਪਤਾਲ ਦੇ ਤਲ 'ਤੇ ਵਹਿ ਰਹੇ ਨੇ, ਕਿੰਨੇ ਐਸੇ ਧਰਤੀਆਂ ਦੇ ਰੂਪ ਹਨ ਜਿਹੜੇ ਕਿੱਥੇ ਕਿੱਥੇ ਪਏ ਹੋਏ ਨੇ। ਕਹਿੰਦੇ ਮੈਨੂੰ ਤਾਂ ਵੀ ਨਹੀਂ ਯਾਦ ਆਉਂਦੇ, ਤਾਂ ਫਿਰ ਜੇ ਮੈਂ ਇਹਨਾਂ ਦੇ ਨਾਲ ਯਤਨ ਵੀ ਕਰ ਲਵਾਂ ਤਾਂ ਵੀ ਤੂੰ ਅਸੀਮ ਰਹੇਗਾ, ਕਿਉਂਕਿ ਅਸੀਂ ਜਪਜੀ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਪਾਤਾਲਾ ਪਾਤਾਲ ਲਖ ਆਗਾਸਾ ਆਗਾਸ। ਹੁਣ ਇੱਕ ਦਿਨ ਮੈਂ ਕੁਦਰਤੀ ਕਿਸੇ ਵਿਸ਼ੇ ਬਾਰੇ ਪੜ੍ਹ ਰਿਹਾ ਸੀ, ਉਹਦੇ ਵਿੱਚ ਕਿਹਾ ਕਿ ਜਿਹੜੀਆਂ ਇੱਕ ਤਾਂ ਹੁੰਦਾ ਬ੍ਰਹਿਮੰਡ, ਉਹਦੇ ਵਿੱਚ ਗਲੈਕਸੀਆਂ ਜਿਹਦੇ ਵਿੱਚ ਤਾਰਿਆਂ ਗ੍ਰਹਿਾਂ ਦਾ ਸਮੂਹ ਹੁੰਦਾ ਹੈ, ਅਤੇ ਸਾਇੰਸ ਨੇ ਬੜੀਆਂ ਦੀ ਪਛਾਣ ਕਰ ਲਈ ਹੈ, ਪਰ ਅਜੇ ਵੀ ਉਹਨੂੰ ਅੰਕਿਤ ਕਰਨ ਦੇ ਲਈ 10 ਅੰਕ ਪਾ ਕੇ ਨਾ ਅਤੇ ਉਹਦੇ ਉੱਪਰ 11 ਲਿਖ ਦਿੰਦੇ ਨੇ ਕਿ 10 ਨੂੰ 11 ਵਾਰੀ ਗੁਣਾ ਕਰੋ ਅਤੇ ਫਿਰ ਇੱਕ ਗਲੈਕਸੀ ਦੇ ਵਿੱਚ ਇੰਨੇ ਤਾਰਿਆਂ ਦਾ ਜੋੜ ਬਣਦਾ। ਏਡੀ ਵੱਡੀ ਰਚਨਾ ਅਕਾਲ ਪੁਰਖ ਦੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਜੇ ਮੈਂ ਉਹਦੇ ਹਰੇਕ ਗੁਣ ਨੂੰ, ਜਿਵੇਂ ਤਾਰਿਆਂ ਦੀ ਰੌਸ਼ਨੀ ਹੈ, ਚੰਦਰਮਾ ਦੀ ਰੌਸ਼ਨੀ ਹੈ, ਆਕਾਸ਼ ਦਾ ਵਿਆਪਣਪੁਣਾ ਹੈ, ਸੁਹਾਵਣਾਪਣ, ਕਹਿੰਦੇ ਜੇ ਇਹਨਾਂ ਨੂੰ ਸਾਰਿਆਂ ਨੂੰ ਇੱਕ ਇੱਕ ਰਚਨਾ ਨੂੰ ਫੜ ਕੇ ਅਤੇ ਉਹਦੇ ਗੁਣ ਕਥਾ ਤਾਂ ਕਿੰਨਿਆਂ ਕੁ ਨੂੰ ਕੱਥ ਸਕਾਂਗੇ। ਇਸ ਕਰਕੇ ਗੁਰਬਾਣੀ 'ਚ ਵਾਕ ਨੇ ਕਿ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਮਸੂ ਤੋਟ ਨਾ ਆਵਈ ਲੇਖਣ ਪਾਉਣ, ਨਾਨਕ ਕਾਗਦ ਲਖਮਣਾ ਪੜ੍ਹ ਪੜ੍ਹ ਕੀਚੈ ਪਾਓ। ਮਸੂ ਤੋਟ ਨਾ ਆਵਈ ਲੇਖਣ ਪਾਉਣ, ਚਲਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵਡ ਆਖਾ ਨਾਉ। ਇਸੇ ਪ੍ਰਕਾਰ ਕਹਿੰਦੇ ਕਿ ਭਾਵੇਂ ਸਾਰੀ ਹਵਾ ਨੂੰ ਫਿਰ ਲਿਖਤ ਬਣਾ ਲਿਆ ਜਾਵੇ, ਬਨਸਪਤੀ ਨੂੰ ਕਲਮ ਅਤੇ ਹਵਾ ਨੂੰ ਫਿਰ ਲਿਖਣ ਵਾਲੀ ਬਣਾ ਲਿਆ ਜਾਵੇ, ਕਿਉਂਕਿ ਹਵਾ ਅਸੀਮ ਹੈ, ਹਰ ਜਗ੍ਹਾ ਮੌਜੂਦ ਹੈ, ਕਹਿੰਦੇ ਤਾਂ ਵੀ ਨਹੀਂ ਉਹਦੀ ਸਿਫਤ ਸਲਾਹ ਵਰਣਨ ਦੇ ਵਿੱਚ ਆ ਸਕਦੀ। ਇਸੇ ਪ੍ਰਕਾਰ ਇੱਕ ਸਨਾਤਨ ਮਤ ਦੇ ਨੁਕਤੇ ਤੋਂ ਕਿਹਾ ਜਾਂਦਾ ਰਿਸ਼ੀ ਸ਼ੇਸ਼ਨਾਗ, ਕਿਹਾ ਜਾਂਦਾ ਉਹਦੀ 1000 ਜ਼ੁਬਾਨ ਹੈ ਅਤੇ 1000 ਜ਼ੁਬਾਨ ਦੇ ਨਾਲ ਉਹ ਨਵੇਂ ਨਾਮ ਲੈਂਦਾ ਅਤੇ ਉਹਦੇ ਨਵੇਂ ਨਾਮਾਂ ਦੇ ਉਚਾਰਨ ਨੂੰ ਸਹੰਸਰ ਨਾਮ ਕਿਹਾ ਜਾਂਦਾ। ਸਹੰਸਰ ਨਾਮ ਦਾ ਭਾਵ ਕਿ ਇਹ ਨਾਮ ਮਿਲ ਵੀ ਜਾਂਦੇ ਨੇ ਕਿ ਪਰਮੇਸ਼ਰ ਦਾ 1000 ਨਾਮ ਕੀ ਹੈ, ਉਸ ਨਾਮ ਦਾ ਵਿਸ਼ੇਸ਼ਣ ਕੀ ਹੈ, ਉਹਨੂੰ ਕਿਵੇਂ ਕਿਵੇਂ ਬੁੱਝਿਆ ਗਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਸ਼ੇਸ਼ ਨਾਗ ਹੈ, ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਨਾ। ਆਦਿ ਕਾਲ ਤੋਂ ਜਿਹੜਾ ਸ਼ੇਸ਼ ਨਾਗ ਜਿਹਨੂੰ ਰਿਸ਼ਕੀ ਕਿਹਾ ਜਾਂਦਾ, ਸ਼ੇਸ਼ ਨਾਗ ਦਾ ਭਾਵ ਇਹ ਵੀ ਹੈ ਕਿ ਦੁਨੀਆ ਦੇ ਜਿੰਨੇ ਸਾਧਕ ਹਨ ਜਿਹੜੇ ਰੋਜ਼ਾਨਾ ਅਕਾਲ ਪੁਰਖ ਦੀ ਵਿਆਪਕਤਾ ਨੂੰ ਮਹਿਸੂਸ ਕਰਕੇ ਅਤੇ ਉਹਦੇ ਨਵੇਂ ਨਾਮ ਘੜਦੇ ਨੇ, ਉਹ ਸਾਰੇ ਉਸ ਰਿਸ਼ੀ ਦੇ ਇੱਕ ਰੂਪ ਹੇਠ ਹੀ ਆਉਂਦੇ ਨੇ। ਤਾਂ ਇਸੇ ਪ੍ਰਕਾਰ ਕਹਿੰਦੇ ਉਹ ਨਵਤਨ ਨਾਮ ਜਪੈ ਦਿਨ ਰਾਤੀ, ਹਰ ਜਪਤਿ ਅੰਤ ਨਾ ਪਾਇਆ। ਅਨੇਕ ਗੁਣਾਂ ਨੂੰ ਕਥਨ ਦੇ ਬਾਵਜੂਦ ਵੀ ਉਹਦਾ ਅੰਤ ਨਹੀਂ ਪਾਇਆ ਜਾ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਸ ਲਿਖਣ ਨਾ ਜਾਏ, ਉਹਦੇ ਗੁਣਾਂ ਦਾ ਕਥਨ ਨਹੀਂ ਆਉਂਦਾ ਹੈ। ਇਸ ਪ੍ਰਕਾਰ ਤਾਂ ਹੀ ਸਾਨੂੰ, ਔਰ ਦੂਜੀ ਗੱਲ, ਅਸੀਂ ਜਪਜੀ ਸਾਹਿਬ ਪੜ੍ਹਦੇ, ਜਪਜੀ ਸਾਹਿਬ ਨਿਰੋਲ ਦਾਰਸ਼ਨਿਕ ਬਾਣੀ ਹੈ, ਤਾਂ ਉਹਦੇ ਵਿੱਚ ਅਕਾਲ ਪੁਰਖ ਦੇ ਸਰੂਪ ਨੂੰ ਚਿਤਵਦੇ ਹਾਂ, ਪਰ ਉਸ ਅਕਾਲ ਪੁਰਖ ਦਾ ਸਰੂਪ ਕਿੰਨਾ ਵਿਸ਼ਾਲ ਹੈ, ਇਹਦਾ ਬੋਧ ਕਿਵੇਂ ਹੋਵੇ। ਜਾਪ ਸਾਹਿਬ ਦੀ ਬਾਣੀ ਸਾਡੀ ਮਦਦ ਕਰਦੀ। ਕਦੇ ਬੜੇ ਗੌਰ ਤਰੀਕੇ ਨਾਲ ਦੇਖੋ, ਜਿਹੜੇ ਨਿਤਨੇਮ ਦੀਆਂ ਬਾਣੀਆਂ ਦਾ ਭਾਵ ਹੈ ਨਾ, ਉਹ ਆਪਸ ਦੇ ਵਿੱਚ ਬੜਾ ਜੁੜਿਆ ਹੋਇਆ ਹੈ। ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਅਸੀਂ ਅਕਾਲ ਪੁਰਖ ਸਰੂਪ ਦਾ ਜਿਹੜਾ ਚਿੱਤਰਣ, ਪਰਮ ਚਿੱਤਰਣ ਗੁਰੂ ਸਾਹਿਬਾਨਾਂ ਨੇ ਕੀਤਾ, ਉਹਦਾ ਹੀ ਰੂਪ ਜਾਪ ਸਾਹਿਬ ਦੇ ਵਿੱਚ ਬਣਦਾ। ਚੱਕਰ ਚਿਹਨ ਅਰ ਬਰਨ ਜਾਤ, ਜਦੋਂ ਅਕਾਲ ਮੂਰਤ ਕਿਹਾ ਜਾਏ ਮਤਲਬ ਕਿਹੜੀ ਮੂਰਤ, ਤਾਂ ਫਿਰ ਉਹਨੂੰ ਗੁਰੂ ਸਾਹਿਬ ਜੀ ਬਿਆਨ ਕਰ ਰਹੇ ਹਨ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕਿ ਹਰ ਜਸ ਲਿਖਣ ਨਾ ਜਾਏ। ਭਗਤ ਕਬੀਰ ਸਾਹਿਬ ਜੀ ਕਹਿੰਦੇ ਬੜੇ ਗੁਣ ਕਥੇ ਹਨ ਦੁਨੀਆ ਦੇ ਵਿੱਚ। ਹੁਣ ਜਿਵੇਂ ਸਾਰੇ ਧਰਮਾਂ ਦੇ ਗ੍ਰੰਥ ਪੜ੍ਹੀਏ, ਤਾਂ ਮੈਂ ਕੁਦਰਤੀ ਕੁਝ ਦਿਨ ਪਹਿਲਾਂ ਪੁਰਾਣ ਆਦਿਕ ਦਾ ਦਿਨ ਕਰ ਰਿਹਾ ਸਾਂ, ਤਾਂ ਉਹਦੇ ਵਿੱਚ ਇੰਨੇ ਬਾਰੀਕ ਨਾਮ ਪਰਮੇਸ਼ਰ ਦੇ ਕਥਨ ਦੇ ਵਿੱਚ ਆਏ, ਜਿਵੇਂ ਗੁਰਬਾਣੀ ਦਾ ਹੀ ਕਿਸੇ ਇਸ ਨੁਕਤੇ ਤੋਂ ਕਦੇ ਅਸੀਂ ਵਾਚੀਏ ਤਾਂ ਬੜੇ ਐਸੇ ਮਿਲ ਜਾਂਦੇ ਹਨ ਨਾਮ। ਔਰ ਅਸਵਸੀਹੀ, ਕਿਤੇ ਪਰਮੇਸ਼ਰ ਨੂੰ ਮੁਰਾਰੀ ਕਿਹਾ ਗਿਆ, ਕਿਤੇ ਉਸ ਨੂੰ ਸਾਰੰਗਪਾਣ ਕਿਹਾ ਗਿਆ, ਕਿਤੇ ਉਹਨੂੰ ਦਮੋਦਰ ਕਿਹਾ ਗਿਆ, ਕਿਤੇ ਉਹਨੂੰ ਜਲ ਥਲ ਮਹੀਲ ਵਿਆਪਕ ਕਿਹਾ ਗਿਆ, ਕਿੱਥੇ ਉਹਨੂੰ ਮਤਲਬ ਬੜੇ ਬੇਅੰਤ ਕਰਕੇ ਗੁਰਬਾਣੀ ਦਾ ਇੱਥੋਂ ਤੱਕ ਵਾਕ ਆਉਂਦਾ, ਆਦਿ ਪੂਰਨ ਅਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਕਿ ਬੜੇ ਹਰੇਕ ਪੱਖ ਤੋਂ ਪੂਰਨ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਸ ਲਿਖਣ ਨਾ ਜਾਏ। ਹੁਣ ਅਕਾਲ ਪੁਰਖ ਦੇ ਬੋਧ ਨੂੰ ਲਿਖਣ ਦਾ ਯਤਨ ਕੀਤਾ, ਤਾਂ ਇਸੇ ਪ੍ਰਕਾਰ ਕਹਿੰਦੇ ਇੱਕ ਚਿੱਤਰਕਾਰ ਨੇ ਰੰਗਾਂ ਦਾ ਸਮੂਹ ਇਕੱਠਾ ਕੀਤਾ, ਕੈਨਵਸ ਖੜਾ ਕੀਤਾ, ਚਿੱਤਰ ਉਚਾਰਨਾ ਸ਼ੁਰੂ ਕਰ ਦਿੱਤਾ, ਉਤਾਰਨਾ, ਉਹਨੂੰ ਬਣਾਉਣਾ ਸ਼ੁਰੂ ਕਰ ਦਿੱਤਾ। ਬੜੇ ਚਿੱਤਰਾਂ ਦਾ ਨਿਰਮਾਣ ਕੀਤਾ। ਕੋਈ ਚਿੱਤਰ ਐਸਾ ਬਣ ਜਾਏ ਜਿਹੜਾ ਉਸ ਸੱਚੇ ਦੀ ਮੂਰਤ ਨੂੰ ਬਿਆਨ ਕਰਦਾ ਹੋ ਸਾਵੇ, ਪਰ ਚਿੱਤਰਕਾਰੀ ਦੀ ਵੀ ਇੱਕ ਸੀਮਾ ਰਹੀ, ਤਾਂ ਉਹ ਪਰਮ ਚਿੱਤਰਕਾਰ, ਚਿੱਤਰਕਾਰੀ ਦੇ ਜਿਹੜੀ ਕਲਾ ਸੀ ਉਹਦੇ ਵਿੱਚ ਵੀ ਨਾ ਸਮਾ ਸਕਿਆ। ਗੁਰਬਾਣੀ ਵਿੱਚ ਵਾਕ ਹੁੰਦਾ, ਚੱਚਾ ਰਚਿੱਤਰ ਚਿੱਤਰ ਹੈ ਭਾਰੀ, ਤਜ ਚਿੱਤਰੈ ਚਿੱਤ ਹੋ ਚਿੱਤਕਾਰੀ।
ਫਿਰ ਇੱਕ ਬੁੱਤ ਤਰਾਸ਼ ਨੇ ਯਤਨ ਕੀਤਾ, ਬੜੇ ਬੁੱਤ ਘੜੇ, ਪਰ ਕਿਸੇ ਬੁੱਤ ਦੇ ਵਿੱਚ ਅਕਾਲ ਪੁਰਖ ਦੀ ਸੰਪੂਰਨਤਾ ਨਾ ਉਹ ਸਿਰਜ ਸਕਿਆ। ਅਤੇ ਫਿਰ ਉਸ ਬੁੱਤ ਤਰਾਸ਼ ਨੇ ਕਹਿ ਦਿੱਤਾ ਕਿ ਅਨੰਤ ਰੂਪ ਤੇਰੇ ਨਾਰਾਇਣਾ। ਕਿਸੇ ਵਾਜੰਤਰੀ ਨੇ ਸਾਜ਼ ਫੜ ਕੇ ਬੜੇ ਸਾਜ਼ਾਂ ਦੇ ਨਾਲ ਪੰਜ ਸਾਜ਼ ਰਲਾ ਕੇ ਵੀ ਕਿਸੇ ਸਾਜ਼ ਦਾ, ਕਿਸੇ ਸੁਰ ਦਾ ਉਚਾਰਨ ਕੀਤਾ ਕਿ ਇਹ ਪਰਮ ਸੁਰ ਉਹ ਹੋਵੇ ਜਿਹੜੀ ਸ੍ਰਿਸ਼ਟੀ ਦੇ ਆਰੰਭ ਵੇਲੇ ਪੈਦਾ ਹੋਈ ਸੀ। ਕਹਿੰਦੇ ਤਾਂ ਵੀ ਉਹਨਾਂ ਦੀ ਸੀਮਾ ਰਹੀ। ਤਾਂ ਆਖਰ ਫਿਰ ਸਾਰੇ ਨੇਤ ਨੇਤ ਬੇਅੰਤ ਬੇਅੰਤ ਕਹਿ ਕੇ ਬੈਠ ਗਏ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਸ ਲਿਖਣ ਨਾ ਜਾਏ। ਇਹਦਾ ਭਾਵ ਇੱਕ ਹੋਰ ਵੀ ਭਾਵ ਇਹ ਹੈ ਕਿ ਜਿਹੜੀ ਵੈਦਿਕ ਮੱਤ ਜਾਂ ਹੋਰ ਜਿਹੜੇ ਮੱਤ ਨੇ ਉਹ ਕਿਸੇ ਸਮੇਂ ਇਸ ਖਿਆਲ ਦੇ ਵਿੱਚ ਰਹੇ ਕਿ ਕਿਤੇ ਨਾ ਕਿਤੇ ਤਾਂ ਜਾ ਕੇ ਅੰਤ ਹੋਏਗਾ, ਪਰ ਆਖਰ ਜਦੋਂ ਉਹਨਾਂ ਦੇ ਯਤਨ ਨੂੰ ਦੇਖ ਲਿਆ ਕਿ ਉਹ ਪਹਿਲਾਂ ਇਸ ਯਤਨ ਦੇ ਵਿੱਚ ਹੀ ਲੱਗੇ ਰਹੇ, ਤਾਂ ਆਖਰ ਜੀਵਨ ਇਸੇ ਵਿੱਚ ਹੀ ਬੀਤ ਗਿਆ ਅਤੇ ਕਰਤੇ ਦੇ ਗੁਣਾਂ ਨੂੰ ਬੁੱਝਦੇ ਰਹੇ, ਚਿਤਵਦੇ ਰਹੇ, ਪਰ ਉਹਦਾ ਅਭਿਆਸ ਨਾ ਕਰ ਸਕੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਸਾਰੇ ਉਹਨਾਂ ਗੁਣਾਂ ਨੂੰ ਚਿਤਵਦਾ ਹਾਂ ਅਤੇ ਮੈਂ ਕੋਈ ਨਵਾਂ ਯਤਨ ਕਰਨ ਦੇ ਪੱਖ ਵਿੱਚ ਨਹੀਂ ਹਾਂ। ਮੈਂ ਹਾਂ ਕੇਵਲ ਕਿ ਜੋ ਉਹਦੇ ਗੁਣਾਂ ਦਾ ਆਭਾਸ ਮੈਨੂੰ ਆਪਣੇ ਨਿੱਜੀ ਜੀਵਨ ਵਿੱਚ ਹੁੰਦਾ ਹੈ। ਨਿੱਜੀ ਜੀਵਨ ਦੇ ਵਿੱਚ ਕਿਵੇਂ ਹੁੰਦਾ, ਹੁਣ ਇਹ ਵੀ ਇੱਕ ਸਤਸੰਗੀ ਮਨੁੱਖ ਦਾ ਅਭਿਆਸ ਹੋਣਾ ਚਾਹੀਦਾ ਕਿ ਅਸੀਂ ਸਮਾਜ ਦੇ ਵਿੱਚ ਵਿਚਰਨ ਵਾਲੇ ਹਾਂ, ਦੁਨੀਆਦਾਰੀ ਦੇ ਤਲ 'ਤੇ ਸਾਡਾ ਜੀਵਨ ਬੀਤਦਾ ਹੈ। ਇਹਦੇ ਵਿੱਚ ਜਿੰਨਾ ਕੁਝ ਵੀ ਅਸੀਂ ਮਾਣ ਰਹੇ ਹਾਂ, ਅਗਰ ਉਸ ਕਰਤੇ ਦੀ ਕਿਰਪਾ ਦੇ ਨਾਲ ਜੋੜ ਕੇ ਦੇਖ ਲਈਏ ਤਾਂ ਬੜੇ ਗੁਣਾਂ ਦੀ ਵਸੀਹ ਸੋਝੀ ਆਏਗੀ। ਗੁਰਬਾਣੀ 'ਚ ਦੇਖੋ ਅਕਾਲ ਪੁਰਖ ਦੇ ਲਈ ਮਾਤਾ ਪਿਤਾ ਸ਼ਬਦ ਵਰਤਿਆ ਗਿਆ ਭੈਣ ਭਾਈ ਸਭ ਸੱਜਣਾ ਤੁ ਜੇਹਾ ਨਾਹੀ ਕੋਏ ਦੀ। ਹੈਰਾਨਗੀ ਦੀ ਗੱਲ ਹੈ, ਯਾਰ ਸ਼ਬਦ ਵੀ ਅਕਾਲ ਪੁਰਖ ਲਈ ਵਰਤਿਆ ਗਿਆ। ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ। ਇੰਨਾ ਨਿਕਟ, ਇਹਦਾ ਭਾਵ ਕੀ ਹੈ ਕਿ ਜਿਹੜਾ ਦੁਨਿਆਵੀ ਸੰਬੰਧਾ ਜਦੋਂ ਅਸੀਂ ਛੋਟਾਪਣ ਹੰਢਾਉਂਦੇ ਹਾਂ ਤਾਂ ਮਾਣ ਸਾਰੀ ਬਖਸ਼ਿਸ਼ ਰਹੇ ਹੁੰਦੇ ਹਾਂ, ਪਰ ਉਹਦੇ ਧੰਨਵਾਦੀ ਨਹੀਂ ਹੁੰਦੇ, ਕਿਉਂਕਿ ਸਾਨੂੰ ਮਾਤਾ ਲੱਗਦੀ ਹੈ ਕਿ ਕੇਵਲ ਇੰਨੀ ਕੁ ਹੈ। ਪਰ ਇਹ ਨਹੀਂ ਸੋਚਦੇ ਕਿ ਜਦੋਂ ਸਾਨੂੰ ਧਰਵਾਸ ਜਾਂ ਹਮਦਰਦੀ ਦਾ ਵੱਡਾ ਆਲਮ ਚਾਹੀਦਾ ਸੀ, ਉਹਨੇ ਮਾਂ ਦਾ ਰੂਪ ਘੜਿਆ। ਜਦੋਂ ਸਾਨੂੰ ਇੱਕ ਵੱਡਾ ਤਾਣ ਚਾਹੀਦਾ ਜਿਹੜਾ ਸਾਨੂੰ ਜ਼ਿੰਦਗੀ 'ਚ ਸਟੇਬਲ ਕਰ ਸਕੇ, ਉਹਨੇ ਪਿਤਾ ਰੂਪ ਘੜਿਆ। ਅਤੇ ਜਦੋਂ ਉਹਨੇ ਹੁਲਾਸ ਰੂਪ ਪੈਦਾ ਕਰਨਾ ਸੀ, ਉਹਨੇ ਜੀਵਨ ਦੇ ਸਾਰੇ ਸੰਬੰਧ ਇਸੇ ਨੁਕਤੇ ਤੋਂ ਘੜੇ ਹਨ। ਤਾਂ ਇਸ ਹੋਂਦ ਨੂੰ ਜਦੋਂ ਮਨੁੱਖ ਮਹਿਸੂਸ ਕਰਦਾ ਹੈ ਤਾਂ ਫਿਰ ਉਹ ਆਖਦਾ ਹੈ ਤੇਰਾ ਭਰੋਸਾ ਪਿਆਰੇ। ਕਿ ਇਸ ਭਰੋਸੇ ਦੇ ਰੈਲਮ ਵਿੱਚ ਰਹਿ ਕੇ ਗੁਣ ਗਾਉਣੇ, ਇਹ ਵੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਸ ਲਿਖਣ ਨਾ ਜਾਏ। ਮੈਂ ਇਹਨਾਂ ਦੁਨਿਆਵੀ ਸੰਬੰਧਾਂ ਦੇ ਵਿੱਚੋਂ ਕਰਤੇ ਦੀ ਹੋਂਦ ਨੂੰ ਮਾਣ ਕੇ ਹੀ ਉਹਦਾ ਧੰਨਵਾਦ, ਉਹਦਾ ਚਿੱਤਰਣ ਕਰਦਾ ਰਹਾਂ, ਇਹਦਾ ਵੀ ਅੰਤ ਨਹੀਂ ਆ ਸਕਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਸ ਲਿਖਣ ਨਾ ਜਾਏ, ਕਿ ਬੜੇ ਕਥ ਰਹੇ ਹਨ, ਕਥ ਕੇ ਹਾਰ ਗਏ ਹਨ, ਪਰ ਉਹਦਾ ਅੰਤ ਆਉਣ ਵਾਲਾ ਨਹੀਂ। ਪਰ ਮੈਂ ਉਸ ਅਕਥ ਨੂੰ ਕਥ ਕੇ ਆਪਣੇ ਆਪ ਨੂੰ ਉੱਚਾ ਬਣਾ ਲਿਆ ਹੈ। ਆਪਣੇ ਆਪ ਨੂੰ ਉੱਚਾ ਬਣਾਉਣ ਦਾ ਭਾਵ ਕਿ ਉਹ ਗੁਣਾਂ ਦਾ ਭੰਡਾਰ ਕਿਹਾ ਜਾਂਦਾ ਹੈ। ਉਸ ਗੁਣਾਂ ਦੇ ਭੰਡਾਰ ਨੂੰ ਮੈਂ ਆਪਣੇ ਹਿਰਦੇ 'ਚ ਵਸਾ ਲਿਆ। ਉਹਦੇ ਗੁਣ ਕੀ ਸਨ ਕਿ ਉਹਦੀ ਦਇਆ ਸਾਰਿਆਂ 'ਤੇ ਵਰਸਦੀ ਹੈ। ਜਿਵੇਂ ਸੂਰਜ ਦੀ ਰੌਸ਼ਨੀ ਹੈ, ਅਤੇ ਸੂਰਜ ਦੀ ਰੌਸ਼ਨੀ ਫੁੱਲ 'ਤੇ ਵੀ ਪੈਂਦੀ ਹੈ ਅਤੇ ਕੂੜੇ 'ਤੇ ਵੀ ਪੈਂਦੀ ਹੈ, ਗੰਦਗੀ 'ਤੇ ਵੀ ਪੈਂਦੀ ਹੈ। ਕਹਿੰਦੇ ਇਸੇ ਪ੍ਰਕਾਰ ਉਸ ਅਕਾਲ ਪੁਰਖ ਦਾ ਵਿਆਪਕ ਦਇਆ ਦਾ ਗੁਣ ਮੈਂ ਆਪਣੇ ਅੰਦਰ ਧਾਰਨ ਕਰ ਲਿਆ, ਅਤੇ ਉਸ ਦਇਆ ਦੇ ਗੁਣ ਕਰਕੇ ਹੁਣ ਮੇਰੀ ਦਇਆ ਕੇਵਲ ਇਹ ਮੇਰੇ ਨਿਕਟ ਵਰਤੀਆਂ ਜਾਂ ਮੇਰੇ ਸੁਹਿਰਦਾਂ ਤੱਕ ਨਹੀਂ, ਜਿਹੜੇ ਮੇਰੇ ਵਿਰੋਧੀ ਕਹੇ ਜਾਂਦੇ ਹਨ ਜਾਂ ਜਿਹੜੇ ਮੇਰੇ ਵਿਪਰੀਤ ਸੰਬੰਧ ਰੱਖਣ ਵਾਲੇ ਹਨ, ਜਿਹੜੇ ਅਵਗੁਣੀ ਨਿੰਦਕ ਭਾਵ ਵਾਲੇ ਹਨ, ਉਹਨਾਂ ਪ੍ਰਤਾ ਵੀ ਮੇਰੀ ਦਇਆ ਹੈ। ਇਸੇ ਪ੍ਰਕਾਰ ਕਹਿੰਦੇ ਜਿਹੜਾ ਇਸੇ ਪ੍ਰਕਾਰ ਖਿਮਾ ਦਾ ਗੁਣ ਕਿ ਅਕਾਲ ਪੁਰਖ ਇੰਨੇ ਜੀਵ ਉਹਦੀਆਂ ਦਾਤਾਂ ਨੂੰ ਮਾਣ ਕੇ ਉਹਦਾ ਸ਼ੁਕਰਾਨਾ ਨਹੀਂ ਕਰਦੇ, ਪਰ ਉਹ ਕਿਸੇ ਨੂੰ ਦਾਤਾਂ ਦੇਣੀਆਂ ਬੰਦ ਨਹੀਂ ਕਰਦਾ। ਕਹਿੰਦੇ ਇਸੇ ਪ੍ਰਕਾਰ ਮੈਂ ਵੀ ਉਸ ਗੁਣ ਨੂੰ ਧਾਰਨ ਕੀਤਾ ਹੈ ਕਿ ਜਦੋਂ ਮੈਨੂੰ ਇੰਨੀਆਂ ਦਾਤਾਂ ਦੇ ਰਿਹਾ ਅਤੇ ਮੈਂ ਕਿਤੇ ਗਫਲਤ ਵਿੱਚ ਨਾ ਰਹਾਂ, ਇਸ ਕਰਕੇ ਹਰ ਸਵਾਸ ਨਾਲ ਉਹਦਾ ਸ਼ੁਕਰਾਨਾ ਕਰਦਾ। ਕਹਿੰਦੇ ਹਰ ਜਸ ਲਿਖਣ ਨਾ ਜਾਏ, ਤਾਂ ਵੀ ਉਹ ਕਥਨ ਦੇ ਵਿੱਚ ਨਹੀਂ ਆਉਂਦੇ। ਅਤੇ ਇਸੇ ਕਰਕੇ ਹੁਣ ਮੈਨੂੰ ਕਹੇਗਾ ਅਕਥ ਹੈ, ਫਿਰ ਯਤਨ ਕਰਨ ਦਾ ਕੀ, ਅਕਥ ਰਹਿਣ ਦਈਏ। ਤਾਂ ਇਹਦਾ ਭਾਵ ਇਹ ਹੈ ਕਿ ਸਮੁੰਦਰ ਹੈ, ਜ਼ਰੂਰੀ ਨਹੀਂ ਕਿ ਸਮੁੰਦਰ ਤੇਰੀ ਕਲਾਵੇ ਵਿੱਚ ਆ ਜਾਏ। ਜੇ ਕਿਤੇ ਸਮੁੰਦਰ ਦੀ ਇੱਕ ਛੋਟੀ ਜਿਹੀ ਵੀ ਕੋਈ ਹਿੱਸਾ ਖੁੱਲ੍ਹ ਕੇ ਤੇਰੇ ਖੇਤਾਂ ਵੱਲ ਆ ਗਿਆ ਤਾਂ ਤੇਰੇ ਸਾਰੇ ਖੇਤਾਂ ਨੂੰ ਭਰ ਦੇਵੇਗਾ। ਜ਼ਰੂਰੀ ਨਹੀਂ ਕਿ ਸੂਰਜ ਤੈਨੂੰ ਇਕੱਲੇ ਨੂੰ ਚਾਹੀਦਾ ਹੈ। ਜੇ ਉਹਦੀ ਇੱਕ ਕਿਰਨ ਦਾ ਪ੍ਰਕਾਸ਼ ਵੀ ਤੇਰੇ ਘਰ ਵਿੱਚ ਆ ਗਿਆ ਤਾਂ ਤੇਰਾ ਸਾਰਾ ਘਰ ਭਰ ਜਾਏਗਾ। ਇਸ ਕਰਕੇ ਉਹ ਅਕਥ ਹੈ, ਬੇਅੰਤ ਹੈ, ਅਗੋਚਰ ਹੈ, ਵਸੀਹ ਹੈ। ਪਰ ਫਿਰ ਵੀ ਜੇ ਉਹਦੇ ਕੁਝ ਗੁਣਾਂ ਦਾ ਤੇਰੇ ਜੀਵਨ 'ਚ ਵਾਸ ਹੋ ਜਾਏ ਤਾਂ ਤੇਰਾ ਜੀਵਨ ਉਹਦੇ ਸਮਾਨ। ਇਸ ਕਰਕੇ ਉਹਨੂੰ ਕਥਣਾ ਤਾਂ ਹੈ, ਕਥਣਾ ਅੰਤ ਦੇ ਨੁਕਤੇ ਨੂੰ ਜਾਂ ਪਾਰਾਵਾਰ ਤੋਂ ਪਾਉਣ ਤੋਂ ਨਹੀਂ। ਕਥਨ ਦਾ ਭਾਵ ਕਿ ਉਹ ਗੁਣਾਂ ਦਾ ਭੰਡਾਰ ਵਗ ਰਿਹਾ, ਉਹਦੇ ਵਿੱਚੋਂ ਦੈਵੀ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਸੰਚ ਕੇ ਅਤੇ ਆਪਣੇ ਜੀਵਨ ਨੂੰ ਅਧਿਆਤਮਿਕ ਸਫਲਤਾ ਵਾਲੇ
ਬਣਾਉਣਾ ਹੈ। ਇਸ ਪ੍ਰਕਾਰ ਗੁਰੂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਜਾਤ ਜੁਲਾਹਾ ਕਿਆ ਕਰੈ, ਹਿਰਦੈ ਬਸੇ ਗੋਪਾਲ। ਹੁਣ ਅਗਲੇ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜਦ ਅਕਾਲ ਪੁਰਖ ਦੀ ਕੀਰਤੀ ਦੇ ਮਾਰਗ 'ਤੇ ਚੱਲਣਾ ਹੋਵੇ ਤਾਂ ਮਨੁੱਖ ਨੂੰ ਆਪਣੀ ਹਰ ਹੋਂਦ ਦੀ ਉਚਾਈ ਅਤੇ ਹਰ ਹੋਂਦ ਦੇ ਨੀਵੇਂਪਣ ਸਾਰੇ ਛੱਡਣੇ ਪੈਂਦੇ ਹਨ। ਕਿ ਜਿਵੇਂ ਹੁਣ ਮਤਲਬ ਜੇ ਕੋਈ ਬੜਾ ਪਵਿੱਤਰ ਹੋ ਕੇ ਰੱਬੀ ਮਾਰਗ 'ਤੇ ਚੱਲ ਰਿਹਾ ਕਿ ਜ਼ਿੰਦਗੀ 'ਚ ਕੋਈ ਅਵਗੁਣ ਨਹੀਂ ਕੀਤਾ ਤਾਂ ਵੀ ਉਹਨੂੰ ਆਪਣੀ ਪਵਿੱਤਰਤਾ ਦਾ ਗੁਮਾਨ ਛੱਡਣਾ ਪਏਗਾ। ਅਤੇ ਜੇ ਕੋਈ ਬੜਾ ਗੁਨਾਹਗਾਰ ਹੋ ਕੇ ਰੱਬੀ ਮਾਰਗ 'ਤੇ ਚੱਲ ਪਿਆ ਅਤੇ ਜਿਹੜੀ ਗੁਨਾਹਾਂ ਦੀ ਮੈਲ ਜਾਂ ਪਛਤਾਵਾ ਜਾਂ ਨਿਰਾਸ਼ਾ ਜਾਂ ਨੀਵਾਂਪਣ ਗਿਰਾਵਟ ਬਣੀ ਹੋਈ ਹੈ ਉਹ ਵੀ ਛੱਡਣੀ ਪਏਗੀ। ਤਾਂ ਭਗਤ ਕਬੀਰ ਸਾਹਿਬ ਜੀ ਇਸੇ ਪ੍ਰਕਾਰ ਬਖਸ਼ਿਸ਼ ਕਰਦੇ ਹਨ। ਕਬੀਰ ਜਾਤ ਜੁਲਾਹਾ ਕਿਆ ਕਰੇ, ਕਹਿੰਦੇ ਦੁਨੀਆਦਾਰੀ ਦ੍ਰਿਸ਼ਟੀਕੋਣ ਨੇ ਕਿ ਇਹਨਾਂ ਨੇ ਜੁਲਾਹਾ ਜਾਤ ਨੂੰ ਨਿਮਨ ਮੰਨਿਆ ਹੋਇਆ ਹੈ ਔਰ ਇਹ ਮਜ਼ਾਕ ਦੀ ਪਾਤਰ ਸਮਝਦੇ ਹਨ। ਆਰੰਭ ਦੇ ਵਿੱਚ ਵੀ ਜ਼ਿਕਰ ਆਇਆ ਸੀ ਕਬੀਰ ਆ ਭਗਤ ਕਬੀਰ ਸਾਹਿਬ ਫਰਮਾਉਂਦੇ ਹਨ, ਕਬੀਰ ਮੇਰੀ ਜਾਤ ਕਹੋ ਸਭ ਕੋ ਹੱਸਨੇ ਹਾਰ, ਕਿ ਹਾਸੇ ਦੀ ਪਾਤਰ ਹੈ। ਜਦ ਲੋਕਾਂ ਨੂੰ ਨਹੀਂ ਮਜ਼ਾਕ ਸੁੱਝਦਾ ਤਾਂ ਜੁਲਾਹਿਆਂ ਦੀ ਕੋਈ ਨਾ ਕੋਈ ਗੱਲ ਸ਼ੁਰੂ ਕਰ ਲੈਂਦੇ ਨੇ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾਤ ਜੁਲਾਹਾ ਕਿਆ ਕਰੈ, ਤੁਸੀਂ ਕਹੀ ਜਾਓ ਇਹ ਨਿਮਨ ਜਾਤ ਹੈ, ਤੁਸੀਂ ਕਹੀ ਜਾਓ ਇਹ ਸ਼ੂਦਰ ਕੁਲ ਦੇ ਵਿੱਚੋਂ ਹੈ, ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੇਰਾ ਇਹਦੇ ਨਾਲ ਕੋਈ ਵਾਸਤਾ ਹੀ ਨਹੀਂ। ਹਿਰਦੈ ਬਸੈ ਗੋਪਾਲ, ਤੁਸੀਂ ਮੈਨੂੰ ਅਪਵਿੱਤਰ ਕਹਿੰਦੇ ਹੋ, ਭਾਵ ਕਿ ਭ੍ਰਿਸ਼ਟਿਆ ਹੋਇਆ ਕਹਿੰਦੇ ਹੋ ਮੇਰੀ ਕੁੱਲ ਨੂੰ, ਮੇਰੀ ਜਾਤ ਨੂੰ, ਪਰ ਕਹਿੰਦੇ ਸਾਰੀ ਦੁਨੀਆ ਨੂੰ ਪਵਿੱਤਰ ਕਰਨ ਵਾਲਾ, ਪਤਤਾਂ ਨੂੰ ਪੁਨੀਤ ਕਰਨ ਵਾਲਾ ਮੇਰੇ ਹਿਰਦੇ ਵਿੱਚ ਵਸਦਾ ਹੈ। ਫਿਰ ਜਦੋਂ ਉਹਨੂੰ ਹੀ ਹਿਰਦੇ ਵਿੱਚ ਵਸਾ ਲਿਆ ਫਿਰ ਮੈਂ ਅਪਵਿੱਤਰ ਕਿਵੇਂ ਰਹਿ ਗਿਆ। ਤੁਸੀਂ ਮੇਰੀ ਜਾਤ ਨੂੰ, ਕੁੱਲ ਨੂੰ ਨਿਮਨ ਆਖਦੇ ਹੋ, ਨੀਵੀਂ ਆਖਦੇ, ਇੱਥੋਂ ਤੱਕ ਕਿ ਇਹਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ। ਕਹਿੰਦੇ ਪਰ ਮੈਂ ਵਸਾਇਆ ਉਹਨੂੰ ਹਿਰਦੇ ਵਿੱਚ ਹੈ ਜਿਹੜਾ ਸਾਰੀ ਦੁਨੀਆ ਨੂੰ ਆਪਣੇ ਹੁਕਮ ਵਿੱਚ ਰੱਖਦਾ ਔਰ ਚਿੱਤ ਵਿੱਚ ਵੀ ਰੱਖਦਾ। ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ। ਤੁਸੀਂ ਮੈਨੂੰ ਨਿਮਨ ਆਖਦੇ ਹੋ ਅਤੇ ਆਪਣੀ ਉੱਚੀ ਕੁੱਲ ਦਾ ਗੁਮਾਨ ਕਰਦੇ ਹੋ, ਪਰ ਮੈਂ ਉਸ ਗੋਪਾਲ ਨੂੰ ਹਿਰਦੇ 'ਚ ਵਸਾਇਆ ਹੈ ਜਿਹੜਾ ਸ੍ਰਿਸ਼ਟੀ ਦੇ ਇੱਕ ਕੀੜੇ ਨੂੰ ਵੀ ਪਾਤਸ਼ਾਹੀ ਬਖਸ਼ ਦਿੰਦਾ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ। ਕਹਿੰਦੇ ਇਸ ਕਰਕੇ ਜਿਹੜਾ ਨਿਮਨ ਆਖਦੇ ਹੋ, ਨੀਵਾਂ ਆਖਦੇ ਹੋ ਜਾਂ ਅਪਵਿੱਤਰ ਆਖਦੇ ਹੋ, ਇਹਨਾਂ ਗੱਲਾਂ ਦਾ ਮੇਰੇ ਲਈ ਕੋਈ ਅਰਥ ਨਹੀਂ ਹੈ। ਹਿਰਦੈ ਬਸੇ ਗੋਪਾਲ, ਕਿਉਂਕਿ ਮੇਰੇ ਦੇ ਹਿਰਦੇ ਵਿੱਚ ਗੋਪਾਲ ਅਕਾਲ ਪੁਰਖ ਪ੍ਰੀਤਮ ਵਸਿਆ ਹੈ। ਜਿੰਨੇ ਜੀਵਨ ਦੇ ਵਿੱਚ ਜਿੰਨੇ ਨਿਵਾਣ ਦੇ ਭਾਵ ਸਨ ਉਹ ਸਾਰੇ ਵਿਸਾਰ ਦਿੱਤੇ ਹਨ ਉਹਦੀ ਯਾਦ ਵਿੱਚ ਜੁੜਨ ਕਰਕੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਰਮਈਆ ਕੰਠ ਮਿਲ ਚੂਕੇ ਸਰਬ ਜੰਜਾਲ। ਤੇ ਕਹਿੰਦੇ ਮੈਂ ਆਪਣੀ ਜ਼ੁਬਾਨ ਨੂੰ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਦੇ ਨਾਲ ਜੋੜ ਲਿਆ ਅਤੇ ਚੂਕੇ ਸਰਬ ਜੰਜਾਲ। ਤਾਂ ਪਹਿਲਾਂ ਕਹਿੰਦੇ ਮੇਰੇ ਅੰਦਰ ਵੀ ਇਹ ਖਿਆਲ ਬਣਦਾ ਰਿਹਾ ਕਿ ਜਿਹੜੀ ਮੇਰੀ ਜਾਤ ਹੀਨੜੀ ਹੈ, ਭਗਤ ਨਾਮਦੇਵ ਜੀ ਨੇ ਬਾਣੀ ਕਿਹਾ ਨਾ ਕਿ ਮੈਨੂੰ ਬ੍ਰਾਹਮਣਾਂ ਨੇ ਸੰਬੋਧਨ ਕੀਤਾ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕਉ ਆਇਆ। ਕਹਿੰਦੇ ਕਿ ਇੱਕ ਸਮੇਂ ਭਾਵ ਪੈਦਾ ਹੋਇਆ ਕਿ ਮੇਰਾ ਉੱਚੀ ਕੁੱਲ ਵਿੱਚ ਜਨਮ ਹੁੰਦਾ ਤਾਂ ਮੈਂ ਵੀ ਇਹਨਾਂ ਵਾਂਗ ਪਰਮੇਸ਼ਰ ਤੇਰੀ ਆਰਤੀ ਉਤਾਰ ਸਕਦਾ। ਕਹਿੰਦੇ ਪਰ ਫਿਰ ਅਕਾਲ ਪੁਰਖ ਦੀ ਕਿਰਪਾ ਸਰੂਪ ਦਾ ਗਿਆਨ ਦੈਵੀ ਆਵੇਸ਼ ਦੇ ਰੂਪ ਵਿੱਚ ਉਤਰਿਆ ਅਤੇ ਫਿਰ ਆਖਿਆ, ਫਿਰ ਆਇਆ ਕਿ ਇਹ ਤਾਂ ਅਕਾਲ ਪੁਰਖ ਨੇ ਤਾਂ ਆਦ ਨਿਰਮਾਣ ਕਰਕੇ ਕੋਈ ਵੰਡ ਨਹੀਂ ਘੜੀ। ਇਹ ਤਾਂ ਧਰਮ ਜਾਂ ਮਜ਼ਹਬ ਜਾਂ ਸਮਾਜ ਆਪਣੀ ਹਉਮੈ ਨੂੰ, ਹਉਮੈਗਤ ਹੋਂਦ ਨੂੰ ਖੜਾ ਕਰਨ ਦੇ ਲਈ ਘੜਦਾ ਹੈ। ਇਸ ਕਰਕੇ ਜੇ ਤੂੰ ਹਉਮੈ ਦੇ ਤਹਿਤ ਇਸ ਭਾਵ ਦੇ ਵਿੱਚ ਰਹਿਣਾ ਹੈ ਤਾਂ ਫਿਰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੋਏਗੀ। ਇਸ ਕਰਕੇ ਇਹ ਵੀ ਭਾਵ ਛੱਡ ਫਿਰ ਭਗਤ ਸਾਹਿਬਾਨਾਂ ਨੇ ਕਹਿ ਦਿੱਤਾ ਕਿ ਕੋਈ ਗੱਲ ਨਹੀਂ, ਦੁਨੀਆਦਾਰੀ ਤਿਰਸਕਾਰ ਕਰਦੀ ਹੈ ਤਾਂ ਕੋਈ ਨਹੀਂ, ਦੁਨੀਆਦਾਰੀ ਨਿਮਨ ਆਖਦੀ ਹੈ ਬੰਦਗੀ ਮਾਰਗ 'ਤੇ ਚੱਲਣ ਵਾਲੇ ਨੂੰ, ਨਿਮਨ ਕੁੱਲ ਵਾਲੇ ਨੂੰ, ਤਾਂ ਕੋਈ ਗੱਲ ਨਹੀਂ, ਇਹ ਭਾਵ ਧਾਰਨ ਵਾਲੇ ਨੇ ਕਿਉਂਕਿ ਇਹ ਝੱਖ ਮਾਰਨ ਵਾਲੇ ਹਨ। ਤਾਂ ਫਿਰ ਕਹਿ ਦਿੱਤਾ ਨਾ ਤੂੰ ਨਾਮ ਵਿਸਾਰੇ, ਤੂੰ ਨਾਮ ਵਿਸਾਰੇ ਰਾਮਈਆ, ਕਿ ਇਹ ਸਾਰਾ ਸੰਸਾਰ ਵਿਰੁੱਧ ਹੋ ਜਾਵੇ ਜਾਂ ਸਾਰਾ ਸੰਸਾਰ ਬੰਦਗੀ ਮਾਰਗ ਤੋਂ ਹਟਾਉਣ ਦੇ ਯਤਨ ਕਰੇ ਨਿਮਨ ਕਹਿ ਕੇ। ਕਹਿੰਦੇ ਪਰ ਕੋਈ ਗੱਲ ਨਹੀਂ, ਤੂੰ ਨਾਮ ਵਿਸਾਰੇ ਰਾਮਈਆ। ਜੇ ਅਗਰ ਤੂੰ ਵਿਸਾਰ ਦਿੱਤਾ ਤੇ ਇਹ ਸਾਰਾ ਸੰਸਾਰ ਮੈਨੂੰ ਜਿੰਨਾ ਮਰਜ਼ੀ ਉੱਚਾ ਕਹੇ ਮੇਰਾ ਜੀਵਨ ਸਫਲ ਨਹੀਂ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਰਮਈਆ ਕੰਠ ਮਿਲ ਚੂਕੇ ਸਰਬ ਜੰਜਾਲ। ਔਰ ਦੂਜੀ ਗੱਲ, ਹੁਣ ਦੇਖੋ ਹਰੇਕ ਮਨੁੱਖ ਦਾ ਜਨਮ ਜਦ ਹੁੰਦਾ ਤਾਂ ਉਹ ਸਭ ਤਰ੍ਹਾਂ ਦੇ ਜਿਹੜੇ ਉਹਦੇ 'ਤੇ ਤਖੱਲਸ ਲਾਏ ਜਾਂਦੇ ਨੇ ਉਹਨਾਂ ਤੋਂ ਨਿਰਲੇਪ ਪੈਦਾ ਹੁੰਦਾ। ਕੋਈ ਤਖੱਲਸ ਨਹੀਂ ਆਉਂਦਾ, ਬਸ ਇੱਕੋ ਤਖੱਲਸ ਹੈ ਕਿ ਮਨੁੱਖ ਹੈ, ਇੱਕੋ ਤਖੱਲਸ ਹੈ। ਅਤੇ ਦੂਜਾ ਤਖੱਲਸ ਇਹ ਹੈ ਕਿ ਇਹਦੇ ਅੰਦਰ ਰੱਬੀ ਜੋਤ ਵਾਸ ਕਰਦੀ। ਪਰ ਕੀ ਹੁੰਦਾ ਹੈ ਕਿ ਅਗਿਆਨ ਦੇ ਵਿੱਚ ਭਰਮਣ ਵਾਲੇ ਜੀਵ
ਆਪਣੀ ਹੋਂਦ ਨੂੰ ਬਣਾਉਣ ਦੇ ਲਈ ਅਦਰ ਸਾਜਦੇ ਰਹਿੰਦੇ ਨੇ। ਅਦਰ ਦਾ ਭਾਵ, ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਕਈ ਵਾਰੀ ਬੰਦਾ ਆਪਣੀ ਸਿਫਤ ਨੂੰ ਜਾਂ ਆਪਣੀ ਉੱਤਮਤਾ ਨੂੰ ਪ੍ਰਗਟ ਕਰਨਾ ਹੋਵੇ ਤੇ ਗੱਲ ਨਿੰਦਿਆ ਤੋਂ ਸ਼ੁਰੂ ਕਰਦਾ ਹੈ, ਕਿਸੇ ਦੂਜੇ ਦੀ, ਕਿਸੇ ਤੀਜੇ ਦੀ। ਪਹਿਲਾਂ ਉਹਦਾ ਨਿਮਨ ਪੱਖ ਦਿਖਾਉਂਦਾ ਤੇ ਫਿਰ ਦੱਸਦਾ ਕਿ ਮੇਰੀ ਉੱਤਮਤਾ ਹੈ, ਕਿਉਂਕਿ ਉੱਤਮਤਾ ਸਿੱਧ ਤਾਂ ਹੋਏਗੀ ਜੇ ਅਦਰ ਦੱਸੇਗਾ। ਜੇ ਅਦਰ ਹੋਏਗਾ ਹੀ ਨਹੀਂ ਤੇ ਆਪਣੀ ਉੱਤਮਤਾ ਕਿਵੇਂ? ਜਿਵੇਂ ਦਿਨ ਦੇ ਉਜਾਲੇ ਦਾ ਭਾਵ ਸਾਨੂੰ ਤਾਂ ਮਹੱਤਵਪੂਰਨ ਮਹਿਸੂਸ ਹੁੰਦਾ ਹੈ ਕਿ ਰਾਤ ਦੇ ਹਨੇਰੇ ਵਿੱਚ ਸਾਡੀ ਭਟਕਣ ਹੁੰਦੀ ਹੈ। ਇਸ ਕਰਕੇ ਮਨੁੱਖ ਜਦੋਂ ਹਉਮੈ ਦੇ ਵਿੱਚ ਹੁੰਦਾ ਹੈ ਉਦੋਂ ਹਮੇਸ਼ਾ ਉਹ ਆਪਣਾ ਅਦਰ ਸਾਜਦਾ ਰਹਿੰਦਾ ਹੈ, ਅਦਰ ਦੀ ਘਾੜਤ ਆਪ ਬਣਾਉਂਦਾ ਹੈ। ਆਪਣੀ ਉੱਤਮਤਾ ਕਥਨੀ ਹੈ ਤਾਂ ਕੋਈ ਦੂਜੇ ਮਨੁੱਖ ਦਾ ਲੱਭਦਾ ਜਿਹੜਾ ਨਿਭਾਉਣ ਵਾਲਾ ਹੈ। ਜਿਵੇਂ ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਦਰ ਸਾਜਦਾ ਰਹਿੰਦਾ ਹੈ, ਉਹਦੇ ਵਿੱਚ ਉਹ ਫਿਰ ਬੜੇ ਅਦਰ ਸਾਜਦਾ। ਅਦਰ ਦਾ ਮਤਲਬ ਦੂਜਾ, ਉਹ ਬੜੇ ਸਾਜਦਾ ਹੈ ਆਪ, ਮਤਲਬ ਕੁਦਰਤੀ ਤੌਰ 'ਤੇ ਬਰੀਕੀ ਨਾਲ ਇਸ ਗੱਲ ਨੂੰ ਹੈ ਕਿ ਆਪ ਰੰਗ ਦੇ ਤਲ 'ਤੇ ਸੁੰਦਰ ਹੈ, ਕਿਸੇ ਦੂਜੇ ਨੂੰ ਸੋਹਣੇ ਦੇ ਰੂਪ ਵਿੱਚ ਚਿਤਵਦਾ ਹੈ। ਆਪ ਅਮੀਰ ਹੈ, ਆਪਣੀ ਅਮੀਰਤਾ ਦੇ ਭਾਵ ਨੂੰ ਸਿੱਧ ਨਹੀਂ ਕਰ ਸਕਦਾ, ਇਸ ਕਰਕੇ ਜ਼ਿਕਰ ਬਣਾਉਂਦਾ ਹੈ ਕਿ ਜੀ ਗਰੀਬ ਬੰਦੇ ਦਾ ਕੋਈ ਜੀਵਨ ਨਹੀਂ ਹੁੰਦਾ। ਇਸੇ ਪ੍ਰਕਾਰ ਆਪ ਗਿਆਨੀ ਹੈ ਅਤੇ ਅਦਰ ਸਾਜਣ ਦੇ ਲਈ ਅਗਿਆਨੀ ਦਾ ਪਹਿਲਾਂ ਜ਼ਿਕਰ ਕਰਦਾ ਜੀ, ਦੇਖੋ ਇਹ ਪਹਿਲਾਂ ਲੋਕ ਇੰਨੇ ਅਗਿਆਨੀ ਨੇ, ਭਟਕ ਰਹੇ ਨੇ। ਆਪ ਥੋੜ੍ਹਾ ਨਿਰੰਕਾਰ ਦੇ ਮਾਰਗ 'ਤੇ ਚੱਲ ਕੇ ਗੁਮਾਨ ਪੈਦਾ ਹੋ ਗਿਆ ਅਤੇ ਸੰਸਾਰੀ ਮਨੁੱਖਾਂ ਦੀ ਜ਼ਿਕਰ ਜ਼ਿਆਦਾ ਕਰਦਾ। ਜਿਵੇਂ ਰਾਬੀ ਅਲ ਬਸਰੀ ਦੇ ਕੋਲ ਨਾ ਇਸੇ ਪ੍ਰਕਾਰ ਕੋਈ ਇੱਕ ਫਕੀਰ ਆਏ ਤਾਂ ਉਹ ਆ ਕੇ ਬੈਠੇ ਤਾਂ ਉਹਨਾਂ ਜ਼ਿਕਰ ਸ਼ੁਰੂ ਕਰ ਲਿਆ, ਫਲਾਣਾ ਵੀ ਗਲਤ ਹੈ, ਉਹ ਵੀ ਠੀਕ ਨਹੀਂ, ਇਹ ਵੀ ਮੰਦਾ ਹੈ, ਬੜੀਆਂ ਗੱਲਾਂ ਕਰਦੇ ਗਏ। ਅਤੇ ਰਾਬੀ ਅਲ ਬਸਰੀ ਆਪਣੇ ਧਿਆਨ ਦੇ ਵਿੱਚ ਮਸਤ ਰਹੇ, ਆਪਣੀ ਸਿਫਤ ਸਲਾਹ ਦੇ ਵਿੱਚ ਜੁੜੇ ਰਹੇ। ਉਹਨਾਂ ਸੁਭਾਵਿਕ ਫਿਰ ਉੱਤਰ ਦਿੰਦੇ ਆ ਗਿਆ, ਕਹਿੰਦੇ ਲੱਗਦਾ ਤੁਹਾਡਾ ਦੁਨੀਆ ਦੇ ਨਾਲ ਵਾਹਵਾ ਹੀ ਪਿਆਰ ਹੈ, ਦੁਨੀਆ ਦੇ ਵਿੱਚ ਵਾਹਵਾ ਹੀ ਚਿੱਤ ਖੁੱਭਿਆ ਹੈ, ਦੁਨੀਆ ਵਾਹਵਾ ਤੁਹਾਨੂੰ ਚੰਗੀ ਲੱਗਦੀ ਹੈ। ਉਹ ਕਹਿਣ ਲੱਗੇ ਨਹੀਂ ਐਸੀ ਗੱਲ ਤਾਂ ਨਹੀਂ ਹੈ। ਕਹਿੰਦੇ ਜੇ ਚੰਗੀ ਨਾ ਲੱਗਦੀ ਹੁੰਦੀ ਤਾਂ ਫਿਰ ਇੰਨਾ ਜ਼ਿਕਰ ਕਿਉਂ ਕਰਦੇ? ਜ਼ਰੂਰੀ ਨਹੀਂ ਕਿ ਮਨੁੱਖ ਪੋਜ਼ੀਟਿਵ ਪੱਖ ਕਰਕੇ ਦੁਨੀਆ ਨੂੰ ਚੰਗਾ ਕਹੇ, ਨਿੰਦਣ ਦੇ ਪੱਖ ਤੋਂ ਵੀ ਚੰਗਾ ਕਹਿ ਕੇ ਮਨੁੱਖ ਆਪਣੀ ਮਹੀਨ ਜਿਹੜੀ ਅੰਦਰ ਹਉਮੈਗਤ ਕੋਈ ਪਈ ਹੁੰਦੀ ਭੁੱਖ ਨੂੰ ਪੂਰੀਆਂ ਕਰਦਾ ਰਹਿੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਕਬੀਰ ਰਮਈਆ ਕੰਠ ਮਿਲ, ਪਹਿਲਾਂ ਇਸ ਜਾਤੀ ਪਾਤੀ ਝਗੜਿਆਂ 'ਚ ਸਾਂ ਅਤੇ ਹਰੇਕ ਝਗੜੇ ਦਾ ਪ੍ਰਤੀ ਉੱਤਰ ਬਣਾ ਕੇ ਦਿੰਦਾ ਸਾਂ ਕਿ ਮੈਨੂੰ ਨਿਮਨ ਆਖਦੇ ਸਨ, ਮੈਂ ਆਪਣੀ ਉੱਚਤਾ ਸਿੱਧ ਕਰਦਾ ਸਾਂ ਜਾਂ ਆਖਦਾ ਸਾਂ ਕਿ ਮੈਂ ਨਿਮਨ ਨਹੀਂ ਹਾਂ। ਕਹਿੰਦੇ ਫਿਰ ਇਸੇ ਪ੍ਰਕਾਰ ਇਹ ਜਿਹੜੀ ਰਸਨਾ ਸੀ ਇਹਨਾਂ ਦੇ ਉੱਤਰ ਦੇਣ ਦੇ ਵਿੱਚ ਹੀ ਖਚਤ ਰਹਿੰਦੀ ਸੀ। ਫਿਰ ਸਮਝ ਆਈ ਕਿ ਅਸਲ ਦੇ ਵਿੱਚ ਇਹਨਾਂ ਦੀ ਪਕੜ ਤਾਂ ਜਾਤ ਪਾਤੀ ਤੱਕ ਹੈ ਜਾਂ ਦੁਨਿਆਵੀ ਭੌਤਿਕ ਪੱਧਰਾਂ ਤੱਕ ਹੈ, ਅਤੇ ਅਕਾਲ ਪੁਰਖ ਤਾਂ ਇਹਨਾਂ ਤੋਂ ਕਿਤੇ ਉਚੇਰਾ ਹੈ। ਕਹਿੰਦੇ ਫਿਰ ਇਸ ਕਰਕੇ ਆਪਣੀ ਰਸਨਾ ਨੂੰ ਆਰਾਧਨ ਦੇ ਨੁਕਤੇ ਤੋਂ, ਚਰਚਾ ਕਰਨ ਦੇ ਨੁਕਤੇ ਤੋਂ ਅਕਾਲ ਪੁਰਖ ਦੇ ਨਾਲ ਜੋੜ ਲਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਚੁੱਕੇ ਸਰਬ ਜੰਜਾਲ, ਹੁਣ ਸਾਰੇ ਜੰਜਾਲ ਜਾਂਦੇ ਰਹੇ ਹਨ। ਭਾਵ ਕਿ ਹੁਣ ਜੰਜਾਲ ਦਾ ਭਾਵ ਕੀ ਹੈ ਕਿ ਪਹਿਲਾਂ ਹਰ ਵੇਲੇ ਇਹੀ ਰਹਿੰਦਾ ਸੀ ਕਿ ਲੋਕ ਮੈਨੂੰ ਨਿਮਨ ਆਖਦੇ ਨੇ। ਜਿਉਂ-ਜਿਉਂ ਬੰਦਗੀ ਮਾਰ ਵੱਲ ਕਦਮ ਵਧਾਏ ਅਤੇ ਮੇਰੇ ਵਿੱਚੋਂ ਰੱਬੀ ਗੁਣਾਂ ਦੀ ਮਹਿਕ, ਰੱਬੀ ਗੁਣਾਂ ਦਾ ਪਸਾਰ ਹੋਣਾ ਸ਼ੁਰੂ ਹੋ ਗਿਆ ਅਤੇ ਲੋਕਾਂ ਨੂੰ ਮੇਰੀ ਕੁੱਲ ਭੁੱਲ ਗਈ ਅਤੇ ਉਹ ਮੇਰੀ ਕੁੱਲ ਨੂੰ ਜਾਂ ਮੇਰੀ ਜਾਤੀ ਨੂੰ ਭੁੱਲ ਕੇ ਮੈਨੂੰ ਪਰਮੇਸ਼ਰ ਦਾ ਪਿਆਰਾ ਕਹਿਣ ਲੱਗ ਪਏ। ਤਾਂ ਮੈਨੂੰ ਇਸੇ ਪ੍ਰਕਾਰ ਕਹਿੰਦੇ ਫਿਰ ਮੈਨੂੰ ਸਮਝ ਆਈ ਕਿ ਜਾਤ ਜੁਲਾਹਾ ਕਿਆ ਕਰੈ, ਇਸ ਜਾਤੀ ਪਾਤੀ ਦੀ ਉੱਚਤਾ ਜਾਂ ਹੀਣਤਾ ਦਾ ਭਰਮ ਕੋਈ ਸਾਜ਼ਗਾਰ ਨਹੀਂ ਹੈ। ਅਸਲ 'ਚ ਹੈ ਕਿ ਮਨੁੱਖ ਕਿਸ ਕੁੱਲ ਦੇ ਵਿੱਚ ਜੁੜਿਆ। ਜਿਵੇਂ ਅੱਜ ਦਾ ਪਾਵਨ ਮੁਖ ਵਾਕ ਆਇਆ ਨਾ, ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ, ਬਾਂਝਾ ਜਾਂ ਵਾਕ ਆਉਂਦੇ ਨੇ, ਜਿਹੇ ਕੁੱਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨ ਭਈ ਮਹਤਾਰੀ, ਜੇ ਨਰ ਰਾਮ ਭਗਤ ਨ ਸਾਧੀ, ਜਨਮਤ ਕਸ ਨ ਮੂਹ ਅਪਰਾਧੀ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਕਬੀਰ ਜਿਹੇ ਕੁੱਲ ਦਾਸ ਨ ਉਪਜੈ, ਸੋ ਕੁੱਲ ਢਾਕ ਪਲਾਸ। ਕਹਿੰਦੇ ਜੇ ਕਿਸੇ ਕੁੱਲ ਦੇ ਵਿੱਚ ਭਾਵੇਂ ਉਹ ਕਿੱਡੀ ਵੱਡੀ ਕਹੀ ਜਾਂਦੀ, ਭਾਵੇਂ ਕਿੰਨਾ ਵੱਡਾ ਉਹਦਾ ਲੰਬਾ ਇਤਿਹਾਸ ਹੈ, ਪਰ ਜੇ ਉਸ ਕੁੱਲ ਦੇ ਵਿੱਚ ਕੋਈ ਭਗਤ ਜਾਂ ਸ਼੍ਰੇਸ਼ਟ ਕਰਮਾਂ ਵਾਲਾ ਬੰਦਗੀ ਮਾਰਗ ਨੂੰ ਧਾਰਨ ਕਰਕੇ ਗੁਰਮੁਖਤਾ ਨੂੰ ਗ੍ਰਹਿਣ ਕਰਨ ਵਾਲਾ ਨਹੀਂ ਪੈਦਾ ਹੈ, ਤਾਂ ਕਹਿੰਦੇ ਸੋ ਕੁੱਲ ਢਾਕ ਪੁਲਾਸ ਖਤਮ ਹੋ ਜਾਣ ਜੋਗ। ਅਤੇ ਭਗਤ ਕਬੀਰ ਸਾਹਿਬ ਜੀ ਇਸ ਕਰਕੇ ਕਹਿੰਦੇ ਕਬੀਰ ਰਮਈਆ ਕੰਠ ਮਿਲ ਚੁੱਕੇ ਸਰਬ ਜੰਜਾਲ। ਹੁਣ ਗੁਰਬਾਣੀ 'ਚ ਇੱਕ ਪ੍ਰੇਰਣਾਤਮਕ ਸ਼ਬਦ ਵੀ ਆਉਂਦਾ ਭਗਤ ਗੁਰੂ ਸਾਹਿਬ ਜੀ ਦਾ, ਗੁਰੂ ਤੇ ਅਰਜਨ ਦੇਵ ਸਾਹਿਬ ਜੀ ਦੀ ਬਖਸ਼ਿਸ਼, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਅਤ ਨਿਮਨ ਕਿਹਾ ਜਾਂਦਾ ਹੈ, ਬੜੀ ਛੋਟੀ ਜਿਹੀ ਕਿਰਤ ਹੈ ਅਤੇ ਮਸਾਂ ਜੀਵਨ ਦਾ ਗੁਜ਼ਰ ਬਸਰ ਚੱਲਦਾ। ਕਹਿੰਦੇ ਉਹਦੇ ਜੀ ਭਗਤ ਨਾਮਦੇਵ ਜੀ ਵਰਗੇ ਗੁਰਮੁਖ, ਅਗਰ ਉਹਨਾਂ ਦਾ ਸੰਸਾਰ ਜਿਹੜਾ ਮੁੱਲ ਸੀ ਉਹ 2-2.5 ਦਮੜੀਆਂ ਧਰਦਾ ਸੀ, ਪਰ ਪਰਮੇਸ਼ਰ ਦੇ ਨਾਲ ਜੁੜ ਕੇ ਹੋਇਓ
ਲਾ ਖੀਣਾ। ਉਹ ਏਡੇ ਵੱਡੇ ਮਹਾਤਮ ਹੋ ਗਏ ਕਿ ਫਿਰ ਹਾਥੀ ਵੀ ਨਮਸਕਾਰ ਕਰਦਾ ਹੈ ਅਤੇ ਸਗਲੀ ਲੋਕਾਈ ਉਹਨਾਂ ਨੂੰ ਪੂਜਦੀ ਹੈ। ਇਸੇ ਪ੍ਰਕਾਰ ਕਹਿੰਦੇ ਹੋਇਓ ਲਾ ਖੀਣਾ। ਅੱਗੇ ਆਉਂਦਾ ਬੁਨਣਾ ਤਰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਭਗਤ ਕਬੀਰ ਸਾਹਿਬ ਜੀ ਨੇ ਆਪਣੀ ਜਾਤੀ ਨਿਮਨ ਦੇ ਭਾਵ ਨੂੰ ਛੱਡ ਕੇ ਪਰਮੇਸ਼ਰ ਦੇ ਮਾਰਗ 'ਤੇ ਆਪਣੇ ਕਦਮ ਵਧਾਏ। ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ। ਹੁਣ ਗੁਣੀ ਗਹੀਰਾ ਕਿਵੇਂ ਹੋਇਆ? ਭਗਤ ਸਾਹਿਬਾਨਾਂ ਦੇ ਸਭ ਤੋਂ ਵੱਧ ਬਾਣੀ ਭਗਤ ਕਬੀਰ ਸਾਹਿਬ ਜੀ ਦੀ ਹੈ। ਕਿੰਨੇ ਅਸੀਂ ਹੁਣ ਜਿਵੇਂ ਸ਼ਲੋਕਾਂ ਦੀ ਵਿਆਖਿਆ ਸਰਵਣ ਕਰਦੇ ਹਾਂ, ਕਿੰਨਿਆਂ ਨੂੰ ਗਿਆਨ ਦੀ ਪ੍ਰਾਪਤੀ ਹੋਏਗੀ। ਸਾਡਾ ਜੀਵਨ ਕਿੰਨਾ ਭਗਤ ਕਬੀਰ ਸਾਹਿਬ ਜੀ ਦੇ ਉਪਦੇਸ਼ਾਂ ਨਾਲ ਰੌਸ਼ਨ ਹੋਏਗਾ। ਇਹਦਾ ਮਤਲਬ ਇਹ ਗੁਣ ਪਹਿਲਾਂ ਸਾਰੇ ਉਹਨਾਂ ਦੇ ਜੀਵਨ ਵਿੱਚ ਵਸੇ, ਫਿਰ ਉਹਨਾਂ ਨੇ ਗੁਣਾਂ ਦਾ ਅਨੁਭਵ ਉਸਤਤ ਰੂਪ ਦੇ ਵਿੱਚ, ਗਿਆਨ ਰੂਪ ਦੇ ਵਿੱਚ ਸਾਡੇ ਸਮਕਸ਼ ਰੱਖਿਆ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹਨੂੰ ਬਾਣੀ ਦੇ ਇੱਕ ਓਂਕਾਰੀ ਸੂਤਰ 'ਚ ਪਰੋਇਆ ਅਤੇ ਅੱਜ ਉਹਨਾਂ ਦੀ ਬਾਣੀ ਤੋਂ ਕਿੰਨਾ ਸੰਸਾਰ ਰੌਸ਼ਨ ਹੋ ਰਿਹਾ। ਇਸੇ ਪ੍ਰਕਾਰ ਕਹਿੰਦੇ ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਭਗਤ ਰਵਿਦਾਸ ਜੀ ਜਿਨ੍ਹਾਂ ਦੀ ਕੁੱਲ ਨੂੰ ਇੰਨੀ ਛੂਤ ਸਮਝਿਆ ਜਾਂਦਾ ਸੀ, ਕਹਿੰਦੇ ਕਿ ਨਗਰ ਤੋਂ ਕਈ ਮੀਲ ਬਾਹਰ ਉਹਨਾਂ ਦੇ ਮਕਾਨ ਬਣਾਏ ਜਾਂਦੇ ਸਨ ਅਤੇ ਦੇਖਣਾ ਤਾਂ ਕਿਤੇ ਨਜ਼ਰ ਵੀ ਪੈ ਜਾਂਦੇ ਸਨ ਤਾਂ ਕਹਿੰਦੇ ਭ੍ਰਸ਼ਟ ਸਮਝਦੇ ਸਨ ਲੋਕ ਆਪਣੇ ਆਪ ਨੂੰ। ਕਹਿੰਦੇ ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਅਤੇ ਇਹ ਵਿਦ ਸੁਣ ਕੇ ਜਾਠ ਰੋਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਕਿ ਜਾਤ ਜੁਲਾਹੀ ਦੇ ਜਾਤੀ ਪਾਤੀ ਦੇ ਨਿਮਨ ਭਾਵ ਨੂੰ ਛੱਡ ਕੇ ਉਸ ਪਰਮੇਸ਼ਰ ਦੀ ਸਿਫਤ ਨੂੰ ਗ੍ਰਹਿਣ ਕਰੋ ਜਿਹੜਾ ਨੀਚਾਂ ਨੂੰ ਉੱਚ ਥਾਪ ਦਿੰਦਾ ਹੈ। ਇਸ ਕਰਕੇ ਗੁਰਬਾਣੀ 'ਚ ਭਗਤ ਰਵਿਦਾਸ ਜੀ ਨੇ ਕਿਹਾ ਨਾ, ਨੀਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨ ਡਰੈ। ਦੁਨੀਆਦਾਰੀ ਦੇ ਵਿੱਚ ਬੰਦਾ ਆਪਣੇ ਜਿੰਨਾ ਆਪ ਹੋ ਜਾਏ ਨਾ, ਉਹ ਭਾਵੇਂ ਕਿੰਨਾ ਵੀ ਸੁਹਿਰਦ ਹੋਵੇ, ਉਹ ਕਦੀ ਨਹੀਂ ਯਤਨ ਕਰਦਾ ਕਿ ਪੂਰਾ ਮੇਰੇ ਜਿੰਨਾ ਹੋ ਜਾਏ। ਜਿਵੇਂ ਕੋਈ ਅਧਿਆਪਕ ਹੀ ਹੈ, ਉਹ ਕੋਈ ਨਾ ਕੋਈ ਐਸਾ ਗਿਆਨ ਦਾ ਸੂਤਰ ਰੱਖ ਲੈਂਦਾ ਕਿ ਮੇਰੇ ਬਰਾਬਰ ਨਾ ਹੋ ਸਕੇ, ਪਰ ਅਕਾਲ ਪੁਰਖ ਐਸਾ ਕਿ ਅਗਰ ਉਹਦੇ ਸਿਫਤ ਮਾਰਗ 'ਤੇ ਬੰਦਗੀ ਮਾਰਗ 'ਤੇ ਚੱਲਿਆ ਜਾਵੇ ਤਾਂ ਉਹ ਆਪਣਾ ਰੂਪ ਹੀ ਬਣਾ ਦਿੰਦਾ। ਸੇਵਕ ਰੂਪ ਹੋ ਕੇ ਭਾਈ ਲਹਿਣਾ ਜੀ ਚੱਲੇ ਨੇ, ਗੁਰੂ ਨਾਨਕ ਸਰੂਪ ਹੋ ਗਏ ਨੇ, ਸ੍ਰੀ ਅਮਰਦਾਸ ਜੀ ਚੱਲੇ ਨੇ, ਇਸੇ ਪ੍ਰਕਾਰ ਗੁਰੂ ਅਮਰਦਾਸ ਸਰੂਪ ਹੋ ਗਏ ਨੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਚੁੱਕ ਇਹ ਸਰਬ ਜੰਜਾਲ। ਸਾਰੇ ਜੰਜਾਲ ਨਿਬੇੜ ਦਿੱਤੇ ਹਨ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਕੋਈ ਐਸਾ ਨਹੀਂ ਹੈ ਜਿਹੜਾ ਆਪਣੇ ਘਰ ਨੂੰ ਅੱਗ ਲਗਾ ਲਵੇ। ਪੰਚੋ ਲੜਕੇ ਅਤੇ ਆਪਣੇ ਪੰਚੋ ਲੜਕਿਆਂ ਨੂੰ ਅੱਗ ਲਗਾ ਕੇ ਅਤੇ ਪਰਮੇਸ਼ਰ ਦੇ ਨਾਲ ਲਿਵ ਲਾ ਲੇ। ਪਰ ਇਸ ਗੱਲ ਦਾ ਭਾਵ ਇਹ ਹੈ ਕਿ ਸਰੀਰ ਰੂਪ ਮੰਦਰ ਹੈ। ਮਨੁੱਖ ਨੂੰ ਨਹੀਂ ਪਤਾ ਲੱਗਦਾ ਕਿ ਕਦੋਂ ਇਹਦੇ ਵਿੱਚ ਵਾਸ ਕਰਨ ਵਾਲੇ ਪੰਚ ਦੂਤ ਵਿਕਰਾਲ ਹੋ ਜਾਂਦੇ ਨੇ ਅਤੇ ਮਨੁੱਖ ਦੀ ਅਧਿਆਤਮਿਕ ਰਾਸ ਨੂੰ ਲੁੱਟਦੇ ਨੇ। ਮਨੁੱਖ ਬੇਖਬਰ ਰਹਿੰਦਾ ਹੈ। ਹੁਣ ਜੇ ਉਦਾਹਰਨ ਦੇ ਤੌਰ 'ਤੇ ਸਾਡੇ ਘਰ ਦੇ ਵਿੱਚ ਕੋਈ ਨਵਾਂ ਜੀਵ ਆ ਜਾਏ, ਕਿਸੇ ਤਰ੍ਹਾਂ ਦੀ ਸਾਨੂੰ ਮਹਿਸੂਸ ਹੋਣਾ ਲੱਗ ਪਏ, ਤਾਂ ਅਸੀਂ ਖੋਜ ਕਰਕੇ ਲੱਭ ਕੇ ਉਹਨੂੰ ਮਾਰਨ ਦਾ ਜਾਂ ਭਜਾਉਣ ਦਾ ਯਤਨ ਕਰਦੇ। ਪਰ ਸਾਡੇ ਸਰੀਰ ਰੂਪ ਘਰ ਦੇ ਵਿੱਚ ਕਿੰਨੇ ਵਕਾਰ ਅਤੇ ਵਕਾਰਾਂ ਦੇ ਕਿੰਨੇ ਅੱਗੇ ਰੂਪ ਸਹਿਜੇ ਹੀ ਦਾਖਲ ਹੋ ਗਏ ਨੇ ਔਰ ਕਿੰਨੀ ਜ਼ਿਆਦਾ ਖੁਆਰੀ ਕਰ ਰਹੇ ਨੇ, ਇਹਦਾ ਕਿਸੇ ਨੂੰ ਖਿਆਲ ਨਹੀਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੰਦਰ ਦੇ ਜਰਾਏ। ਹੁਣ ਮੰਦਰ ਦੇ ਜਰਾਏ ਦਾ ਭਾਵ ਕੀ ਹੈ ਕਿ ਹੁਣ ਮੰਦਰ ਦੇ ਅੰਦਰ ਦੁਸ਼ਮਣ ਵਾਸ ਕਰ ਰਹੇ ਨੇ ਜਾਂ ਚੋਰ ਵਾਸ ਕਰ ਰਹੇ ਨੇ ਅਤੇ ਉਹਨਾਂ ਨੂੰ ਭਜਾਉਣ ਦੇ ਲਈ ਕੀ ਕੀਤਾ ਜਾਏ। ਕਹਿੰਦੇ ਮੰਦਰ ਦੇ ਜਰਾਏ, ਮੰਦਰ ਦੇ ਦੁਆਰ 'ਤੇ ਅੱਗ ਲਗਾਈ ਜਾਵੇ। ਅਤੇ ਭਾਵ ਉਹਦੇ ਆਰੰਭ ਤੋਂ ਅੱਗ ਲਾਈ ਜਾਵੇ। ਭਾਵ ਕਿ ਆਪਣੀ ਜ਼ੁਬਾਨ ਦੇ ਉੱਪਰ ਗਿਆਨ ਦੀ ਵਿਚਾਰ ਧਾਰਨ ਕਰਕੇ ਵਕਾਰਾਂ ਦੇ ਮਲੀਨ ਭਾਵ ਨੂੰ ਸਾੜਿਆ ਜਾਏ। ਆਪਣੀ ਨਿੰਦਾ ਦੀ ਪ੍ਰਵਿਰਤੀ ਨੂੰ ਸਿਫਤ ਸਲਾਹ ਦੇ ਵਿੱਚ ਸਾੜ ਕੇ ਸ਼ੁੱਧ ਕੀਤਾ ਜਾਵੇ। ਆਪਣੀ ਕਾਮ ਦੀ ਮਲੀਨਤਾ ਨੂੰ ਭਲੇ ਦੇ ਹਿੱਤ ਪਰਉਪਕਾਰ ਦੇ ਵਿੱਚ ਪਲਟਿਆ ਜਾਏ। ਆਪਣੇ ਕ੍ਰੋਧ ਦੀ ਹਿੰਸਕ ਭਾਵਨਾ ਨੂੰ ਨਿਮਰਤਾ ਦੇ ਰੂਪ ਵਿੱਚ ਢਾਲਿਆ ਜਾਵੇ। ਤਾਂ ਇਸੇ ਪ੍ਰਕਾਰ ਆਪਣੀ ਮੋਹ ਦੀ ਪ੍ਰਵਿਰਤੀ ਨੂੰ ਸੰਸਾਰ ਦੇ ਤੱਕ ਕਰਨ ਦੀ ਬਜਾਏ ਆਪਣੇ ਸਤ ਸਰੂਪ ਦੇ ਨਾਲ ਜੋੜਿਆ ਜਾਏ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਕੋ ਨਹੀਂ, ਕੋਈ ਐਸਾ ਹੈ ਨਹੀਂ। ਪੰਚੋ ਲੜਕੈ ਮਾਰ ਕੇ ਫਿਰ ਇਕੱਲੇ ਇਕੱਲੇ ਵਕਾਰ ਨੂੰ ਸੋਧਣ ਦਾ। ਇਸ ਕਰਕੇ ਜੇ ਕਦੇ ਮਨੁੱਖ, ਹੁਣ ਸਤਸੰਗੀ ਮਨੁੱਖ ਘਰ ਦਾ ਅਭਿਆਸੀ ਵੀ ਹੁੰਦਾ। ਘਰ ਦੇ ਅਭਿਆਸੀ ਹੋਣ ਦਾ ਮਤਲਬ ਕਿ ਉਹ ਰੋਜ਼ਾਨਾ ਆਪਣੇ ਜੀਵਨ ਦੇ ਉੱਪਰ ਗਹਿਰੀ ਝਾਤ ਮਾਰੇ ਕਿ ਕਿਸ ਕਿਸ ਵਕਾਰ ਦੇ ਅਧੀਨ ਅੱਜ ਕਿਹੜਾ ਕਿਹੜਾ ਕਰਮ ਕੀਤਾ। ਹੋ ਸਕਦਾ ਸਾਰਾ ਦਿਨ ਨਾਮ ਬੋਲਿਆ ਹੋਵੇ, ਸਾਰਾ ਦਿਨ ਦੇਖਿਆ ਵੀ ਨਾ ਹੋਵੇ, ਅੱਖਾਂ ਬੰਦ ਕਰਕੇ ਰੱਖੀਆਂ ਹੋਣ, ਪਰ ਇਹ ਹੈ ਕਿ ਅੰਤਰ ਹਿਰਦੇ ਵਿੱਚ ਵਾਚੇ ਕਿ ਅੰਤਰ ਹਿਰਦੇ ਵਿੱਚ ਕਿਹੜੇ ਖਿਆਲ ਚੱਲਦੇ ਰਹੇ। ਮੈਂ ਅੱਗੇ ਵੀ ਆਪ ਜੀ ਦੇ ਨਾਲ ਇੱਕ ਦਫਾ ਬੇਨਤੀ ਸਾਂਝੀ ਕੀਤੀ ਸੀ ਕਿ ਅਗਰ ਮਨੁੱਖ ਬੜਾ ਧੀਰਜ ਉਤਰ ਜਾਏ ਤਾਂ ਫਿਰ ਉਹਨੂੰ ਪਤਾ ਲੱਗੇ ਕਿ ਬਾਹਰੀ ਵਕਾਰਾਂ 'ਤੇ ਕਾਬੂ ਪਾਉਣਾ ਬੜਾ ਸੌਖਾ ਹੋ ਜਾਂਦਾ, ਅੰਦਰੂਨ ਰੂਪ ਦੇ ਵਿੱਚ ਖਤਮ ਨਹੀਂ ਹੁੰਦੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਚੋ ਲੜਕੈ ਮਾਰ ਕੇ ਰਹਿ ਰਾਮ ਲਿਓ ਲਾਏ। ਕੋਈ ਐਸਾ ਜਿਹੜਾ ਆਪਣੀ ਸੁਰਤ ਨੂੰ ਇਹਨਾਂ ਵਕਾਰਾਂ ਵਿੱਚ ਭਟਕਣ ਤੋਂ ਬਚਾ ਕੇ
ਪਰਮੇਸ਼ਰ ਦੀ ਤਰਫ ਲਗਾਉਂਦਾ ਹੈ। ਕਬੀਰ ਐਸਾ ਕੋ ਨਹੀਂ, ਇਹ ਤਨ ਦੇਵੈ ਫੂਕ, ਅੰਧਾ ਲੋਕ ਨਾ ਜਾਣਈ, ਰਹਿਓ ਕਬੀਰਾ ਕੂਕ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੋਈ ਐਸਾ ਹੈ ਨਹੀਂ, ਹੋਰ ਬਹੁਤ ਘੱਟ ਨੇ, ਵਿਰਲੇ ਹਨ ਜਿਹੜੇ ਆਪਣੇ ਜੀਵਨ ਨੂੰ ਸ਼ੁੱਧ ਕਰਨ ਵਾਲੇ ਪਾਸੇ ਤੁਰ ਪੈਣ। ਇਹ ਤਨ ਦੇਵੈ ਫੂਕ, ਅਤੇ ਤਨ ਦੇ ਵਿੱਚ ਜਿੰਨੀ ਮੈਲ ਵਾਸ ਕਰਦੀ ਉਹਨੂੰ ਗੁਰੂ ਸ਼ਬਦ ਦੇ ਅਭਿਆਸ ਨਾਲ ਧੋ ਦੇਣ। ਅੰਧਾ ਲੋਕ ਨਾ ਜਾਣਈ, ਰਹਿਓ ਕਬੀਰਾ ਕੂਕ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅੰਧੇ ਮੱਤ ਦੇ ਤਲ 'ਤੇ ਅੰਧੇ ਹਨ। ਬੜੀ ਵਾਰੀ ਯਾਦ ਕਰਾਇਆ ਹੈ ਕਿ ਮ੍ਰਿਗ ਮੀਨ ਪ੍ਰਿਗ ਪਤੰਗ ਕੁੰਚਰ, ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮੈ, ਤਾਂ ਕੀ ਕੇਤਕ ਆਸ। ਕਹਿੰਦੇ ਇੱਕ ਇੱਕ ਵਿਕਾਰ ਕਰਕੇ ਸਾਰੇ ਪਸ਼ੂ ਆਦਿਕ ਜੂਨੀਆਂ ਦੀ ਬੜੀ ਬੁਰੀ ਹਾਲਤ ਹੁੰਦੀ ਹੈ, ਅਤੇ ਜਿਸ ਮਨੁੱਖ ਅੰਦਰ ਪੰਜ ਹੋਣ ਉਹਦਾ ਤਾਂ ਫਿਰ ਰੱਬ ਹੀ ਭਲਾ ਕਰੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰ ਫਿਰ ਵੀ ਅੰਧਾ ਲੋਕ ਨਾ ਜਾਣਈ, ਰਹਿਓ ਕਬੀਰਾ ਕੂਕ। ਮਾਦੇ ਤਲ 'ਤੇ ਅੰਧੇ ਹਨ, ਗਿਆਨ ਦੀ ਬੜੀ ਕਥਨੀ ਸੁਣਾਈ ਹੈ ਪਰ ਧਾਰ ਨਹੀਂ ਕਰਦੇ। ਔਰ ਕਹਿੰਦੇ ਕੂਕ ਭਾਵ ਕਿ ਮੈਂ ਤਾਂ ਸੰਸਾਰ ਨੂੰ ਸੁਚੇਤ ਕਰਦਾ ਹੀ ਜਾ ਰਿਹਾ, ਕੋਈ ਇਹਨੂੰ ਗ੍ਰਹਿਣ ਕਰੇ ਜਾਂ ਨਾ ਕਰੇ। ਜਿਹੜਾ ਗ੍ਰਹਿਣ ਕਰ ਲੇਗਾ ਉਹਦਾ ਉਧਾਰ, ਜਿਹੜਾ ਨਹੀਂ ਗ੍ਰਹਿਣ ਕਰੇਗਾ ਉਹ ਤਾਂ ਫਿਰ ਖੁਆਰ ਹੋ ਰਿਹਾ। ਭਾਵ ਕਿ ਭਗਤ ਕਬੀਰ ਸਾਹਿਬ ਜੀ ਲੋਕਾਈ ਨੂੰ ਸੰਬੋਧਿਤ ਹੋ ਰਹੇ ਹਨ ਕਿ ਜੇ ਮੈਂ ਉੱਚੀ ਉੱਚੀ ਕੂਕ ਕੇ ਤੁਹਾਨੂੰ ਇਹ ਗੱਲਾਂ ਸਮਝਾ ਰਿਹਾ, ਤਾਂ ਇਹਦਾ ਮਤਲਬ ਇਹਦਾ ਅਨੁਭਵ ਦੇ ਵਿੱਚੋਂ ਮੈਂ ਲੰਘ ਕੇ ਆਇਆ ਹਾਂ ਕਿ ਵਕਾਰ ਬੜਾ ਬੰਦੇ ਨੂੰ ਕਸਲਤ ਕਰਦੇ ਹਨ। ਇਹਨਾਂ ਤੋਂ ਮੁਕਤ ਹੋ ਕੇ ਹੀ ਪਰਮੇਸ਼ਰ ਦੇ ਮਾਰਗ 'ਤੇ ਜੁੜ ਸਕਦਾ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਕੇ ਨਿਵਾਜਦੇ ਹਨ ਕਿ ਪਰਮੇਸ਼ਰ ਦੀ ਸਿਫਤ ਸਲਾਹ ਬੜੀ ਵਸੀਹ ਹੈ। ਮਨੁੱਖ ਕਿਤਨਾ ਵੀ ਯਤਨ ਕਰੇ ਉਹਦਾ ਪਾਰਾਵਾਰ ਨਹੀਂ, ਪਰ ਉਸ ਨੂੰ ਕੱਥ ਕੇ ਆਪਣਾ ਜੀਵਨ ਧਨਤਾ ਦੇ ਯੋਗ ਬਣਾਉਣਾ ਹੈ। ਇਸੇ ਪ੍ਰਕਾਰ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਉਚਾਈ ਹੈ ਜਾਂ ਨਿਵਾਣ ਦਾ ਭਾਵ ਅਸੀਂ ਮਨ 'ਚ ਮਹਿਸੂਸ ਕਰਦੇ ਹਾਂ, ਉਹਨਾਂ ਦੋਵਾਂ ਭਾਵਾਂ ਨੂੰ ਛੱਡ ਕੇ ਪਰਮੇਸ਼ਰ ਦੀ ਕੀਰਤੀ ਦਾ ਮਾਰਗ ਪਕੜਨਾ ਚਾਹੀਦਾ ਹੈ। ਇਸੇ ਪ੍ਰਕਾਰ ਆਪਣੇ ਜੀਵਨ ਦੀ ਸਾਧਨਾ ਕਰਦਿਆਂ ਵਿਕਾਰਾਂ ਦੇ ਭਾਵ ਨੂੰ ਨਾਸ਼ ਕਰਕੇ ਸਰੀਰ ਰੂਪ ਹਰਮੰਦਰ ਦੇ ਵਿੱਚ ਹਰੀ ਦੀ ਕੀਰਤ ਦਾ ਹੀ ਪ੍ਰਕਾਸ਼ ਹੋਣਾ ਚਾਹੀਦਾ। ਇਸ ਪ੍ਰਕਾਰ ਸਾਨੂੰ ਭਗਤ ਕਬੀਰ ਸਾਹਿਬ ਜੀ ਸ਼ਲੋਕਾਂ ਦੇ ਉਪਦੇਸ਼ ਦੁਆਰਾ ਨਿਵਾਜਿਸ਼ ਕਰਦੇ ਹਨ। ਕਿਰਪਾ ਕਰਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ, ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ